ਹਰਸ਼ਪ੍ਰੀਤ ਮੈਨੂੰ ADR ਆਈ ਹੈ। ਐਡੀਸ਼ਨਲ ਡਾਕੂਮੈਂਟ ਰਿਕੁਐਸਟ ਬਾਅਦ ਹਰਸ਼ਪ੍ਰੀਤ ਅਗਰ ਆਪਾਂ ਉਹ ਰਿਕੁਆਇਰਮੈਂਟ ਫੁੱਲਫਿਲ ਕਰਦੇ ਹਾਂ ਤਾਂ ਵੀਜ਼ਾ ਚਾਂਸਿਸ ਬਹੁਤ ਅੱਛੇ ਹੁੰਦੇ ਨੇ। ਜਦੋਂ ਤੁਹਾਡੀ ਐਪਲੀਕੇਸ਼ਨ ਦੇ ਉੱਪਰ ਆਫਿਸਰ ਨੇ ਕੋਈ ਪੋਜ਼ੀਟਿਵ ਡਿਸੀਜਨ ਲੈਣਾ ਹੁੰਦਾ ਫਿਰ ਹੀ ਤੁਹਾਨੂੰ ਐਡੀਸ਼ਨਲ ਡਾਕੂਮੈਂਟ ਰਿਕੁਐਸਟ ਦਿੰਦੀ ਹੈ। ਜੋ ਡਾਕੂਮੈਂਟ ਰਿਕੁਐਸਟ ਆਈ ਹੈ ਐਂਡ ਮੈਡੀਕਲ ਆਈ ਹੈ ਮੇਕ ਸ਼ੋਰ ਕਰੋ ਸੇਮ ਡਾਕੂਮੈਂਟ ਰਿਕੁਆਇਰਮੈਂਟ ਆਪਣੀ ਉਹ ਸੈਂਡ ਕਰੋ ਤਾਂ ਵੀਜ਼ਾ ਚਾਂਸਿਸ ਅੱਛੇ ਰਹਿਣਗੇ। ਸੋ ਮੈਡੀਕਲ ਦੇ ਲਈ ਡਾਕਟਰ ਨਾਲ ਜ਼ਰੂਰ ਆਪਣੇ ਕੰਸਲਟ ਕਰਨਾ। ਤੁਸੀਂ ਕਈ ਵਾਰ ਹੁੰਦਾ ਵੀ ਮੈਡੀਕਲ ਆਲਰੇਡੀ ਆਪਣਾ ਕੀਤਾ ਹੋਇਆ ਹੁੰਦਾ ਬਟ ਫਿਰ ਵੀ ਮੈਡੀਕਲ ਰਿਕੁਐਸਟ ਆ ਜਾਂਦੀ ਹੈ ਤਾਂ ਉਸ ਦੇ ਲਈ ਵੇਟ ਨਾ ਕਰੋ, ਸੇਮ ਮੈਡੀਕਲ ਦੁਬਾਰਾ ਨਾ ਭੇਜੋ, ਨਿਊ ਮੈਡੀਕਲ ਜ਼ਰੂਰ ਕਰਵਾ ਕੇ ਆਓ ਡਾਕਟਰ ਕੋਲ। ਸੋ ਬਾਕੀ ਜੋ ਐਡੀਸ਼ਨਲ ਡਾਕੂਮੈਂਟ ਦੇ ਵਿੱਚ ਜੋ ਮੰਗਿਆ ਗਿਆ ਉਹ ਵੀ ਤੁਸੀਂ ਅਪਡੇਟ ਕਰ ਸਕਦੇ ਹੋ। ਅਪਡੇਟ ਕਰੋਗੇ ਤਾਂ ਹੋਪਫੁਲੀ ਤੁਹਾਨੂੰ ਪੋਜ਼ਿਟਿਵ ਡਿਸੀਜਨ ਹੀ ਮਿਲੂਗਾ। ਸੋ ਅੱਜ ਜਿਸ ਟੌਪਿਕ ਦੇ ਬਾਰੇ ਆਪਾਂ ਗੱਲ ਕਰਨ ਜਾ ਰਹੇ ਹਾਂ ਥੋੜਾ ਜ਼ਰੂਰੀ ਵੀ ਹੈ। ਟੌਪਿਕ ਹੈ PT ਵਾਲੇ ਸਟੂਡੈਂਟਾਂ ਨੂੰ ਵੀਜ਼ੇ ਆ ਰਹੇ ਨੇ ਐਂਡ SDS ਵਾਲੀਆਂ ਐਪਲੀਕੇਸ਼ਨਾਂ ਜਿਹੜੀਆਂ ਹੈਗੀਆਂ ਉਹ ਰਿਫਿਊਜ਼ ਕੀਤੀਆਂ ਜਾ ਰਹੀਆਂ। ਸੋ PT ਵਾਲਿਆਂ ਦੇ ਵੀਜ਼ੇ ਆ ਰਹੇ ਆ, ਬਹੁਤ ਚੰਗੀ ਗੱਲ ਹੈ। ਸਟੂਡੈਂਟ ਨੇ ਮਿਹਨਤ ਕੀਤੀ ਹੁੰਦੀ ਹੈ, ਜਦੋਂ ਉਹਨੂੰ ਵੀਜ਼ਾ ਮਿਲਦਾ ਤਾਂ ਉਸਦੀ ਮਿਹਨਤ ਪੂਰੀ ਹੁੰਦੀ ਹੈ। ਬਟ ਜਦੋਂ SDS ਵਾਲੀਆਂ ਐਪਲੀਕੇਸ਼ਨਾਂ ਰਿਫਿਊਜ਼ ਹੁੰਦੀਆਂ ਕਿਤੇ ਨਾ ਕਿਤੇ ਉਹ ਬਹੁਤ ਚਿੰਤਾ ਦਾ ਵਿਸ਼ਾ। ਸੋ ਉਸ ਤੋਂ ਪਹਿਲਾਂ ਇੱਕ ਦੋ ਜ਼ਰੂਰੀ ਬੇਨਤੀਆਂ। ਪਹਿਲੀ ਤਾਂ ਜੋ ਵੀ ਇਨਫੋਰਮੇਸ਼ਨ ਅਸੀਂ ਤੁਹਾਨੂੰ ਦੱਸਦੇ ਹਾਂ ਕੋਈ ਉਹ ਇੱਦਾਂ ਹੀ ਨਹੀਂ ਵੀ ਕਿਤੋਂ ਵੀ ਦੱਸ ਦਿੱਤੀ ਜਾਂਦੀ ਆ। ਉਹ ਪ੍ਰੋਪਰ ਪਹਿਲਾਂ ਜੋ ਨਿਊਜ਼ ਹੁੰਦੀਆਂ ਜੋ ਆਰਟੀਕਲ ਕੈਨੇਡਾ ਦੇ ਵਿੱਚ ਹੁੰਦੇ ਨੇ ਉਹ ਸਟੱਡੀ ਕਰਕੇ ਰੀਡ ਕਰਕੇ ਉਸ ਤੋਂ ਬਾਅਦ ਦੱਸਦੇ ਹਾਂ। ਸਾਡੇ ਸੀਨੀਅਰ ਹੈਗੇ ਨੇ ਹੈਡ ਆਫਿਸ ਵਿਨੀਪੈਗ ਹੈ, ਜੋ ਇਨਫੋਰਮੇਸ਼ਨ ਉਹਨਾਂ ਤੋਂ ਮਿਲਦੀ ਉਹ ਸ਼ੇਅਰ ਕਰਦੇ ਹਾਂ। ਦੂਸਰਾ ਜੁਡੀਸ਼ੀਅਲ ਰਿਵਿਊ ਦੇ ਅਸੀਂ ਕੇਸ ਕਰਦੇ ਹਾਂ। ਜੋ ਫੈਡਰਲ ਕੋਰਟ ਦੇ ਜਿਹੜੇ ਲਾਇਰਸ ਹੁੰਦੇ ਨੇ ਉਹਨਾਂ ਨਾਲ ਜਦੋਂ ਗੱਲਬਾਤ ਹੁੰਦੀ ਹੈ ਥੋੜ੍ਹੇ ਸਮੇਂ ਬਾਅਦ ਉਹਨਾਂ ਤੋਂ ਪੁੱਛੀਦਾ ਤਾਂ ਜੋ ਡਿਟੇਲ ਉਹਨਾਂ ਕੋਲ ਆਉਂਦੀ ਹੈ ਉਹੀ ਡਿਟੇਲ ਅਸੀਂ ਤੁਹਾਡੇ ਨਾਲ ਇਨਫੋਰਮੇਸ਼ਨ ਸ਼ੇਅਰ ਕਰਦੇ ਹਾਂ। ਕੋਈ ਇੱਦਾਂ ਨਹੀਂ ਵੀ ਕੁਛ ਵੀ ਅਸੀਂ ਕਰ ਦਿੰਦੇ ਹਾਂ ਜਾਂ ਬੋਲ ਦਿੰਦੇ ਹਾਂ। ਸੋ ਇੱਕ ਐਕਸਪੀਰੀਅੰਸ ਦੇ ਅਕੋਰਡਿੰਗ ਜਿਹੜੀ ਗੱਲ ਕਹੀ ਹੁੰਦੀ ਹੈ ਉਹੀ ਤੁਹਾਡੇ ਨਾਲ ਸ਼ੇਅਰ ਕੀਤੀ ਜਾਂਦੀ ਹੈ। ਦੂਸਰਾ ਇੱਕ ਸਾਡਾ ਜਿਹੜਾ YouTube ਚੈਨਲ ਉਹਨੂੰ ਜ਼ਰੂਰ ਸਬਸਕ੍ਰਾਈਬ ਕਰੋ। ਜੋ ਲੜਕਾ ਜੋ ਹੈਂਡਲ ਕਰਦਾ ਉਹ ਹਰ ਵਾਰ ਮੈਨੂੰ ਕਹਿੰਦਾ ਵੀ ਤੁਸੀਂ ਨਹੀਂ ਕਹਿੰਦੇ। ਸੋ ਮੇਰੀ ਕੋਸ਼ਿਸ਼ ਇਹੀ ਰਹਿੰਦੀ ਹੈ ਜੋ ਵੀ ਐਕਚੁਅਲ ਇਨਫੋਰਮੇਸ਼ਨ ਟਰੁਥਫੁਲ ਇਨਫੋਰਮੇਸ਼ਨ ਹੁੰਦੀ ਹੈ ਮੈਂ ਤੁਹਾਡੇ ਨਾਲ ਉਹੀ ਸ਼ੇਅਰ ਕਰਦਾ। ਸੋ ਚੈਨਲ ਸਬਸਕ੍ਰਾਈਬ ਕਰੋ, ਵੀਡੀਓਜ਼ ਨੂੰ ਅੱਗੇ ਸ਼ੇਅਰ ਵੀ ਕਰ ਦਿਓ। ਸੋ ਸਾਡੇ ਲਈ ਵੀ ਉਹ ਚੀਜ਼ ਬੈਟਰ ਹੁੰਦੀ ਹੈ। ਨਹੀਂ ਇੰਟਰਵਿਊ ਅਗਰ ਐਡੀਸ਼ਨਲ ਡਾਕੂਮੈਂਟ ਰਿਕੁਐਸਟ ਤੋਂ ਬਾਅਦ ਇੰਟਰਵਿਊ ਦੇ ਚਾਂਸਿਸ ਨਹੀਂ ਹੁੰਦੇ। ਐਡੀਸ਼ਨਲ ਡਾਕੂਮੈਂਟ ਰਿਕੁਐਸਟ ਵੀ ਟਾਈਪ ਆਫ ਇੰਟਰਵਿਊ ਆ। ਜ਼ਿਆਦਾਤਰ ਇਹ ਹੁਣੇ ਆਉਣ ਲੱਗਿਆ। ਇਸ ਤੋਂ ਪਹਿਲਾਂ ਕੀ ਹੈ ਜਦੋਂ ਕਿਸੇ ਨੂੰ ਕੋਈ ਡਾਕੂਮੈਂਟ ਰਿਕੁਐਸਟ ਕਰਨੀ ਹੁੰਦੀ ਸੀ ਤਾਂ ਉਹਨੂੰ ਇੰਟਰਵਿਊ ਲਈ ਬੁਲਾ ਲਿਆ ਜਾਂਦਾ ਸੀ। ਬਟ ਕਿਉਂਕਿ ਕੋਵਿਡ ਦਾ ਕਰਕੇ ਹੁਣ ਇੰਟਰਵਿਊ ਲਈ ਬੁਲਾ ਨਹੀਂ ਰਹੇ। ਪਿੱਛੇ ਤੱਕ ਬੱਚੇ ਨੂੰ ਇੰਟਰਵਿਊ ਆਈ ਹੈ ਬਟ ਐਡੀਸ਼ਨਲ ਡਾਕੂਮੈਂਟ ਰਿਕੁਐਸਟ ਆ ਗਈ ਦੈਨ ਉਸ ਤੋਂ ਬਾਅਦ ਚਾਂਸਿਸ ਬਹੁਤ ਘੱਟ ਹੁੰਦੇ। ਤੁਸੀਂ ਆਪਣੇ ਡਾਕੂਮੈਂਟ ਕੰਪਲੀਟ ਕਰੋ। ਇੱਕ ਜਿਹੜੀ ਧਿਆਨ ਰੱਖੋ ਵੀ ਜਿਹੜੀ ਡਾਕੂਮੈਂਟ ਅਪਡੇਟ ਕਰਨ ਦਾ ਕੀ ਵੇ ਹੈ। ਤੁਹਾਡੇ ਤੋਂ ਥਰੂ ਈਮੇਲ ਮੰਗਿਆ, ਥਰੂ ਵੈਬ ਫਾਰਮ ਮੰਗਿਆ ਜਾਂ ਪੋਰਟਲ 'ਤੇ ਹੀ ਡਾਕੂਮੈਂਟ ਤੁਸੀਂ ਅਪਡੇਟ ਕਰਨਾ, ਇਹ ਸਭ ਤੋਂ ਜ਼ਰੂਰੀ ਹੁੰਦਾ। ਕਈ ਵਾਰ ਕੀ ਹੁੰਦਾ ਵੀ ਉਹ ਕਹਿ ਦਿੰਦੇ ਵੀ ਤੁਸੀਂ ਡਾਕੂਮੈਂਟ ਪੋਰਟਲ 'ਤੇ ਅਪਡੇਟ ਕਰੋ ਬਟ ਪੋਰਟਲ ਦੇ ਉੱਪਰ ਉਸਦੀ ਚੈੱਕਲਿਸਟ ਨਹੀਂ ਬਣਦੀ। ਸੋ ਉਸ ਤੋਂ ਬਾਅਦ ਤੁਸੀਂ ਕਿਸ ਤਰੀਕੇ ਨਾਲ ਕਰਨੀ ਹੈ, ਵੈਬ ਫਾਰਮ ਫਿਲ ਕਰਨਾ, ਈਮੇਲ ਕਰਨਾ, ਇਸ ਦੇ ਉੱਪਰ ਜ਼ਿਆਦਾ ਧਿਆਨ ਰੱਖੋ। ਆਪਣੀ ਰਿਕੁਆਇਰਮੈਂਟ ਤੁਸੀਂ ਫੁੱਲਫਿਲ ਕਰਤੀ ਤਾਂ ਉਸ ਤੋਂ ਬਾਅਦ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਹੋਪਫੁਲੀ ਤੁਹਾਨੂੰ ਪੋਜ਼ੀਟਿਵ ਡਿਸੀਜਨ ਹੀ ਆਊਗਾ। ਸੋ ਅਗਰ ਆਪਾਂ ਗੱਲ ਕਰੀਏ ਹੁਣ PT ਦੇ ਵੀਜ਼ੇ ਆ ਰਹੇ ਆ, SDS ਦੀਆਂ ਐਪਲੀਕੇਸ਼ਨਾਂ ਰਿਫਿਊਜ਼ ਹੋ ਰਹੀਆਂ। ਐਪਲੀਕੇਸ਼ਨ ਹੁੰਦੀ ਹੈ ਬਹੁਤ ਚੰਗੀ ਹੁੰਦੀ ਹੈ। ਬੱਚੇ ਦੇ 7-8 ਬੈਂਡ ਹੁੰਦੇ ਨੇ, 7.5 ਹੁੰਦੇ ਆ। ਚੰਗਾ ਕਾਲਜ ਲੈਂਦਾ, ਚੰਗਾ ਜੋ ਕੋਰਸ ਆਪਣੀ ਰੈਲੇਵੈਂਟ ਫੀਲਡ ਦੇ ਵਿੱਚ ਲੈਂਦਾ ਬਟ ਐਟ ਦਾ ਐਂਡ SOP ਬਹੁਤ ਚੰਗੀ ਲਿਖੀ ਜਾਂਦੀ ਹੈ ਤਾਂ ਉਸਦੀ ਰਿਫਿਊਜ਼ਲ ਆ ਜਾਂਦੀ ਹੈ। ਸੋ ਇਹ ਬਹੁਤ ਇੱਕ ਚਿੰਤਾ ਦਾ ਵਿਸ਼ਾ ਹੈ। ਕਿੰਨਾ ਕੁ ਟਾਈਮ ਇਹ ਚੀਜ਼ ਚੱਲਣ ਵਾਲੀ ਹੈ ਤਾਂ ਇਸ ਤਰੀਕੇ ਨਾਲ ਚੱਲਦੀ ਹੈ ਤਾਂ ਕਿਤੇ ਨਾ ਕਿਤੇ ਜਿਹੜੀ ਸਟੂਡੈਂਟ ਦਾ ਬਹੁਤ ਲੋਸ ਹੈ। ਉਸ ਚੀਜ਼ ਦੇ ਵਿੱਚ ਉਹਦਾ ਟਾਈਮ ਖਰਾਬ ਹੁੰਦਾ, ਪੈਸਾ ਖਰਾਬ ਹੁੰਦਾ। ਅਗਰ ਆਪਾਂ ਦੇਖੀਏ ਟਾਈਮ ਸਭ ਤੋਂ ਕੀਮਤੀ ਹੈ। ਚਲੋ ਪੈਸਾ ਤਾਂ ਫਿਰ ਵੀ ਕਮਾ ਲਿਆ ਜਾਂਦਾ ਬਟ ਟਾਈਮ ਜਿਹੜਾ ਇੱਕ ਵਾਰੀ ਵੇਸਟ ਹੋ ਜਾਂਦਾ ਉਹ ਦੁਬਾਰਾ ਨਹੀਂ ਆਉਂਦਾ। ਸੋ ਅਗਰ ਇਸ ਦੇ ਬਾਰੇ ਆਪਾਂ ਗੱਲ ਕਰਾਂਗੇ ਤਾਂ ਥੋੜ੍ਹਾ ਪਿੱਛੇ ਜਾਣਾ ਪਊਗਾ। ਹਰ ਵਾਰ ਮੈਂ ਇਹੀ ਚੀਜ਼ ਦੱਸਦਾ ਕਿਉਂਕਿ ਇਸ ਵਾਰ ਵੀ ਤੁਹਾਨੂੰ ਦੱਸਣੀ ਪੈਣੀ ਹੈ ਕਿਉਂਕਿ ਟੌਪਿਕ ਦੇ ਨਾਲ ਰਿਲੇਟ ਹੈ। ਜਦੋਂ ਜੂਨ 2018 ਦੇ ਵਿੱਚ SDS ਪ੍ਰੋਗਰਾਮ ਲੈ ਕੇ ਆਏ ਸੀ, ਉਸ ਤੋਂ ਪਹਿਲਾਂ SPP ਪ੍ਰੋਗਰਾਮ ਹੁੰਦਾ ਸੀ। SPP ਪ੍ਰੋਗਰਾਮ ਦੇ ਵਿੱਚ ਇੱਕ ਸਮੈਸਟਰ ਦੀ ਫੀਸ ਜਾਂਦੀ ਸੀ। ਜਿਹੜੇ GIC ਜਾਂਦਾ ਸੀ ਮੈਡੀਕਲ ਉਦੋਂ ਕਰਨ ਬਾਅਦ ਦੇ ਵਿੱਚ ਵੀ ਅਪਡੇਟ ਕਰ ਸਕਦੇ ਸੀ। ਸੋ SDS ਦੇ ਵਿੱਚ ਜਦੋਂ ਪ੍ਰੋਬਲਮਸ ਆਉਣ ਲੱਗ ਗਈਆਂ ਸੀ, ਕਾਫੀ ਲੇਟ ਹੋਣ ਲੱਗ ਗਏ ਸੀ ਤਾਂ ਨਵਾਂ ਪ੍ਰੋਗਰਾਮ ਆਇਆ SDS ਸਟੂਡੈਂਟ ਡਾਇਰੈਕਟ ਸਟ੍ਰੀਮ। 5 ਮੇਜਰ ਰਿਕੁਆਇਰਮੈਂਟ ਸੀ SDS ਦੀਆਂ। ਹੁਣ ਆਪਾਂ ਕਹਿੰਦੇ ਹਾਂ ਕੈਨੇਡਾ ਲਈ 6 ਈਚ ਬੈਂਡ ਚਾਹੀਦੇ ਆ। ਬਹੁਤ ਸਾਰੇ ਲੋਕਾਂ ਤੋਂ ਆਪਾਂ ਸੁਣਦੇ ਹਾਂ ਵੀ ਕੈਨੇਡਾ ਜਾਣਾ ਤਾਂ 6 ਈਚ ਬੈਂਡ ਚਾਹੀਦੇ ਬਟ ਕਿਉਂ ਚਾਹੀਦੇ ਆ ਇਹ ਬਹੁਤ ਘੱਟ ਲੋਕਾਂ ਨੂੰ ਪਤਾ। 6 ਈਚ ਬੈਂਡ ਚਾਹੀਦੇ ਹੁੰਦੇ ਆ ਸਟੂਡੈਂਟ ਡਾਇਰੈਕਟ ਸਟ੍ਰੀਮ ਪ੍ਰੋਗਰਾਮ ਵਾਸਤੇ। ਇੱਕ SDS ਪ੍ਰੋਗਰਾਮ ਆ, ਸਭ ਤੋਂ ਲੇਟੈਸਟ ਪ੍ਰੋਗਰਾਮ ਜੋ ਕੈਨੇਡਾ ਸਟੱਡੀ ਵੀਜ਼ੇ ਦਾ ਉਹ SDS ਆ।
SDS ਦੇ ਵਿੱਚ ਜਿਹੜੇ ਆਪਾਂ ਗੱਲ ਕਰੀਏ 6 ਈਚ ਓਵਰਆਲ 6 ਬੈਂਡਸ ਦੀ ਜਿਹੜੀ IELTS ਦੀ ਰਿਕੁਆਇਰਮੈਂਟ ਆ। ਉਸ ਤੋਂ ਬਾਅਦ ਕੋਈ ਵੀ DLI ਕਾਲਜ ਹੋਣਾ ਚਾਹੀਦਾ। ਹੁਣ DLI ਕਾਲਜ ਨੂੰ ਲੈ ਕੇ ਬਹੁਤ ਸਾਰੀਆਂ ਕਨਫਿਊਜ਼ਨ ਹੁੰਦੀਆਂ। DLI ਕਾਲਜ ਕਈ ਬੱਚਿਆਂ ਨੂੰ ਲੱਗਦਾ ਜਿਸ ਕਾਲਜ ਦੇ ਵਿੱਚ ਵਰਕ ਪਰਮਿਟ ਹੁੰਦਾ ਉਹੀ DLI ਹੁੰਦਾ, ਇਦਾਂ ਦਾ ਕੁਝ ਨਹੀਂ ਹੁੰਦਾ। ਇੱਕ ਡੈਜਿਗਨੇਟਡ ਲਰਨਿੰਗ ਇੰਸਟੀਟਿਊਟ ਨੰਬਰ ਹੁੰਦਾ ਜੋ ਸਟੇਟ ਗਵਰਨਮੈਂਟ ਆ, ਜੋ ਪ੍ਰੋਵਿੰਸ ਗਵਰਨਮੈਂਟ ਆ, ਉਹ ਕਾਲਜ ਨੂੰ ਇੱਕ ਅਪਰੂਵਲ ਦਿੰਦੀ ਹੈ ਜਿਸ ਦੇ ਥਰੂ ਉਹ ਇੰਟਰਨੈਸ਼ਨਲ ਸਟੂਡੈਂਟ ਨੂੰ ਉੱਥੇ ਸਟੱਡੀ ਕਰਾ ਸਕਦੇ ਨੇ। ਉਹ ਹੀ ਇੰਸਟੀਟਿਊਟ ਨੂੰ ਉਹ ਇੱਕ DLI ਨੰਬਰ ਹੀ ਇਸ਼ੂ ਹੁੰਦਾ। ਸੋ ਜ਼ਰੂਰੀ ਨਹੀਂ ਵੀ ਸਾਰੇ DLI ਕਾਲਜ ਦੇ ਵਿੱਚ ਵਰਕ ਪਰਮਿਟ ਹੋਵੇ, ਇਦਾਂ ਕੁਝ ਨਹੀਂ ਹੁੰਦਾ। ਕਈ DLI ਬਥੇਰੇ ਪ੍ਰਾਈਵੇਟ ਕਾਲਜ ਆ ਜਿਨ੍ਹਾਂ ਵਿੱਚ ਪੋਸਟ ਗ੍ਰੈਜੂਏਟ ਵਰਕ ਪਰਮਿਟ ਨਹੀਂ ਹੁੰਦਾ, ਬਟ ਉਹ DLI ਹੁੰਦੇ ਨੇ। ਪੋਸਟ ਗ੍ਰੈਜੂਏਟ ਵਰਕ ਪਰਮਿਟ ਦਾ ਹੋਣਾ ਨਾ ਹੋਣਾ ਉਹ ਅਲੱਗ ਚੀਜ਼ ਹੈ, DLI ਹੋਣਾ ਨਾ ਹੋਣਾ ਇੱਕ ਅਲੱਗ ਚੀਜ਼ ਹੈ। ਸੋ ਇਹ ਵੀ ਇੱਕ ਕਨਫਿਊਜ਼ਨ ਜ਼ਿਆਦਾ ਹੁੰਦੀ ਹੈ। ਕਿਸੇ ਨੂੰ ਕਹਿ ਦਿੱਤਾ ਜਾਂਦਾ ਵੀ ਤੁਹਾਡਾ ਪ੍ਰੋਗਰਾਮ ਕਾਲਜ DLI ਹੈ ਤਾਂ ਮਤਲਬ ਤੁਹਾਨੂੰ ਵਰਕ ਪਰਮਿਟ ਮਿਲੂਗਾ, ਇਦਾਂ ਦਾ ਕੁਝ ਨਹੀਂ ਹੁੰਦਾ। ਸੋ ਇੱਕ DLI ਦੀ ਰਿਕੁਆਇਰਮੈਂਟ ਸੀ। ਉਸ ਤੋਂ ਬਾਅਦ 1 ਈਅਰ ਫੀਸ, 1 ਈਅਰ GIC ਐਂਡ ਮੈਡੀਕਲ, ਇਹ 5 ਰਿਕੁਆਇਰਮੈਂਟ ਤੁਸੀਂ ਅਗਰ ਕੰਪਲੀਟ ਕਰਦੇ ਹੋ ਦੈਨ ਜਿਹੜਾ ਹੈਗਾ ਤੁਹਾਡੇ SDS ਪ੍ਰੋਗਰਾਮ ਦੇ ਵਿੱਚ ਤੁਸੀਂ ਐਲੀਜੀਬਲ ਹੋ ਗਏ। SDS ਦਾ ਬੈਨੀਫਿਟ ਤੁਹਾਨੂੰ ਸੀ ਵੀ ਤੁਹਾਨੂੰ ਡਾਕੂਮੈਂਟ ਬਹੁਤ ਘੱਟ ਅਪਡੇਟ ਕਰਨੇ ਪੈਂਦੇ ਸੀ, ਕੋਈ ਫੰਡਸ ਅਪਡੇਟ ਨਹੀਂ ਕਰਨੇ। ਤੁਸੀਂ ਸਾਲ ਦੀ ਫੀਸ ਪੇ ਕਰੋ, ਫੀਸ ਰਿਸਿਪਟ ਲਾਓ, LOA ਲਾਓ, GIC ਸਰਟੀਫਿਕੇਟ ਲਾਓ, IELTS TRF ਲਾਓ, ਆਪਦੇ ਅਕੈਡਮਿਕ ਲਾਓ। ਵੱਧ ਤੋਂ ਵੱਧ ਜੇ ਕਈ ਤਾਂ ਜੋ ਇਨਕਮ ਦਾ ਪ੍ਰੂਫ ਵੀ ਨਹੀਂ ਲਾਉਂਦੇ, ਜ਼ਿਆਦਾ ਤੋਂ ਜ਼ਿਆਦਾ ਪੇਰੈਂਟਸ ਦੀਆਂ ITR ਲਓ, ਵੀਜ਼ਾ ਆ ਜਾਂਦਾ ਸੀ। ਪ੍ਰੋਸੈਸਿੰਗ ਫਾਸਟ ਸੀ ਜਿਹੜੀ ਅਤੇ ਡਿਸੀਜਨ ਪੋਜ਼ਿਟਿਵ ਆਉਂਦਾ ਸੀ। ਸੋ ਜਦੋਂ ਸਟਾਰਟਿੰਗ ਦੇ ਵਿੱਚ ਆਇਆ ਬਹੁਤ ਵਧੀਆ ਚੱਲ ਰਿਹਾ। 2018 ਬਹੁਤ ਵਧੀਆ ਗਿਆ, 2019 ਬਹੁਤ ਵਧੀਆ ਗਿਆ। ਬਟ ਜਦੋਂ ਆਪਾਂ ਗੱਲ ਕਰੀਏ 2020 ਦੇ ਵਿੱਚ ਜਦੋਂ ਕੋਵਿਡ ਆਇਆ, ਲੋਕਡਾਊਨ ਆਇਆ, ਤਾਂ ਉਦੋਂ ਸਭ ਨੂੰ ਪਤਾ ਜੋ ਕੀ ਹੋਇਆ ਸੀ। ਆਸਟ੍ਰੇਲੀਆ ਬੰਦ ਹੋਇਆ, ਨਿਊਜ਼ੀਲੈਂਡ ਬੰਦ ਹੋਇਆ, USA ਬੰਦ ਹੋਇਆ, UK ਦੇ ਥੋੜ੍ਹੇ ਬਹੁਤ ਵੀਜ਼ੇ ਆ ਰਹੇ ਸੀ ਅਤੇ ਕੈਨੇਡਾ ਰੁਕ ਕੇ ਚੱਲਦਾ ਰਿਹਾ। ਸੋ ਇਹ ਸਾਰੀ ਪ੍ਰੋਬਲਮ ਜਿਹੜੀ ਹੈਗੀ ਹੈ ਉਦੋਂ ਹੀ ਸ਼ੁਰੂ ਹੋਈ ਸੀ। ਹੁਣ ਕੈਨੇਡਾ ਦੇ ਵਿੱਚ ਜਿਹੜੀਆਂ ਹੈਗੀਆਂ ਜਿੰਨੀ ਵੀ ਇੰਟਰਨੈਸ਼ਨਲ ਸਟੂਡੈਂਟ ਦੀ ਜਿਹੜੀ ਕਰਾਊਡ ਆ, ਕਿਉਂਕਿ ਹੋਰ ਕੋਈ ਕੰਟਰੀ ਦੇ ਵਿੱਚ ਉਹਨਾਂ ਨੂੰ ਆਪਸ਼ਨ ਨਹੀਂ ਮਿਲ ਰਹੀ ਸੀ, ਕਿਉਂਕਿ ਪਹਿਲਾਂ ਆਸਟ੍ਰੇਲੀਆ ਅਤੇ ਕੈਨੇਡਾ ਦਾ ਬਹੁਤ ਕੰਪੀਟੀਸ਼ਨ ਰਹਿੰਦਾ, ਆਸਟ੍ਰੇਲੀਆ ਬਹੁਤ ਸਟੂਡੈਂਟ ਖਿੱਚਦਾ। ਬਟ ਉਦੋਂ ਉਸ ਟਾਈਮ ਉਹ ਸਾਰੀ ਦੀ ਸਾਰੀ ਕੈਨੇਡਾ ਸਟੱਡੀ ਵੀਜ਼ੇ ਲਈ ਉਹਨਾਂ ਨੇ ਆਪਣਾ ਅਪਲਾਈ ਕਰ ਦਿੱਤਾ। ਨੰਬਰ ਆਫ ਐਪਲੀਕੇਸ਼ਨਾਂ ਜਿਹੜੀਆਂ ਬਹੁਤ ਜ਼ਿਆਦਾ ਵਧ ਗਈਆਂ, ਈਵਨ ਡਬਲ ਹੋ ਗਈਆਂ 2015-16 ਦੇ ਡਾਟੇ ਦੇ ਨਾਲ ਅਗਰ ਆਪਾਂ ਕੰਪੇਅਰ ਕਰੀਏ ਤਾਂ ਜਿਹੜੀ ਐਪਲੀਕੇਸ਼ਨ ਵੀ ਡਬਲ ਹੋਈ। ਰਿਫਿਊਜ਼ਲ ਰੇਟ ਵੀ ਜਿਹੜਾ ਇੱਕ ਆਰਟੀਕਲ ਜਿਹੜਾ ਗਵਰਨਮੈਂਟ ਦੁਆਰਾ ਕੱਢਿਆ ਗਿਆ, ਪਹਿਲਾਂ 32% ਰਿਫਿਊਜ਼ਲ ਰੇਟ ਸੀ 2018 ਦੇ ਵਿੱਚ ਅਗਰ ਆਪਾਂ ਗੱਲ ਕਰੀਏ 17-18 ਦੇ ਵਿੱਚ, ਬਟ ਪ੍ਰੈਜ਼ੈਂਟਲੀ ਜਿਹੜਾ ਰਿਫਿਊਜ਼ਲ ਰੇਟ ਆ ਉਹ 58% ਹੈ। ਸੋ ਇੱਕ ਤਰੀਕੇ ਨਾਲ ਰਿਫਿਊਜ਼ਲ ਰੇਟ ਵੀ ਜਿਹੜਾ ਡਬਲ ਹੋ ਗਿਆ। ਪ੍ਰੈਜ਼ੈਂਟ ਜਿਹੜਾ ਅੱਜ ਦੀ ਸਮੇਂ 'ਚ ਗੱਲ ਕਰੀਏ 58 ਤੋਂ 60% ਰਿਫਿਊਜ਼ਲ ਰੇਟ ਆ SDS ਦਾ, ਮਤਲਬ 100 ਦੇ ਵਿੱਚੋਂ 58 ਤੋਂ 60 ਐਪਲੀਕੇਸ਼ਨਾਂ ਰਿਫਿਊਜ਼ ਹੋ ਰਹੀਆਂ। ਸੋ ਬੈਕਲੌਗ ਵੱਧਦਾ ਗਿਆ। ਜਿਹੜੀ ਆਫਿਸਰ ਸੀਗੇ ਉਹ ਵਰਕ ਫਰੋਮ ਹੋਮ ਸੀ, ਘਰੋਂ ਕੰਮ ਕਰਦੇ ਸੀ, ਉਹਨਾਂ ਜਿਹੜੀ ਐਪਲੀਕੇਸ਼ਨ ਜਿਹੜੀ ਹੈਗੀ ਆ ਉਨੀ ਉਹਨਾਂ ਤੋਂ ਕੰਟਰੋਲ ਨਹੀਂ ਹੋਈ। ਇੱਕ ਟਾਈਮ ਆਇਆ ਜਿਹੜਾ ਬੈਕਲੌਗ ਸੀ 1.822 ਮਿਲੀਅਨ। ਹੁਣ 1 ਮਿਲੀਅਨ ਦਾ 10 ਲੱਖ ਹੁੰਦਾ, ਅਗਰ ਆਪਾਂ 18 ਲੱਖ ਤੋਂ 20 ਲੱਖ ਐਪਲੀਕੇਸ਼ਨ ਬੈਕਲੌਗ ਦੇ ਵਿੱਚ ਹੀ ਪਈ ਹੈ। ਅਤੇ ਇੱਕ ਟਾਈਮ ਸੀ ਹਾਈ ਕਮਿਸ਼ਨ ਕੋਲ ਟੋਟਲ 5 ਲੱਖ ਐਪਲੀਕੇਸ਼ਨ, ਜਾਂ 2018 ਦੇ ਵਿੱਚ 1 ਮਿਲੀਅਨ ਐਪਲੀਕੇਸ਼ਨ ਹੀ ਆਉਂਦੀ ਸੀ। ਹੁਣ ਕਿੱਥੇ 1 ਮਿਲੀਅਨ ਐਪਲੀਕੇਸ਼ਨ ਆਉਂਦੀ ਸੀ ਅਤੇ ਦੂਸਰੇ ਪਾਸੇ 2 ਮਿਲੀਅਨ ਸਿਰਫ ਬੈਕਲੌਗ ਹੀ ਉਹਨਾਂ ਕੋਲ ਪਿਆ। ਸੋ ਬਹੁਤ ਜ਼ਿਆਦਾ ਜਿਹੜੀ ਹੈਗੀ ਹੈ ਅਗਰ ਗੱਲ ਕਰੀਏ ਤਾਂ ਬੈਕਲੌਗ ਬਹੁਤ ਇਕੱਠਾ ਹੋ ਗਿਆ ਸੀ। ਹਾਈ ਕਮਿਸ਼ਨ ਦੇ ਵਿੱਚ ਵੀ ਸੇਮ ਸੀਨ ਸੀ, ਸੇਮ ਸੀਨ ਕਾਲਜਸ ਦੇ ਨਾਲ ਸੀ। ਜ਼ਰੂਰੀ ਨਹੀਂ ਵੀ ਇਕੱਲੇ ਹਾਈ ਕਮਿਸ਼ਨ ਦੇ ਕਾਲਜਸ ਦੇ ਵਿੱਚ ਵੀ ਸੇਮ ਚੀਜ਼ ਸੀ। ਹੁਣ ਇਸ ਤੋਂ ਪਹਿਲਾਂ 2020 ਤੋਂ ਪਹਿਲਾਂ ਬੱਚੇ ਸਟੂਡੈਂਟ ਵੀਜ਼ਾ ਅਪਲਾਈ ਕਰਦੇ, ਇਨ ਕੇਸ ਇੱਕ ਕਾਲਜ ਦੇ ਵਿੱਚ 100 ਬੱਚਾ ਤਾਂ ਆਲਮੋਸਟ 60-70 ਬੱਚਿਆਂ ਨੂੰ ਜਿਹੜੀ ਹੈਗੀ ਆ ਅਪਰੂਵਲ ਆ ਜਾਂਦੀ ਜਾਂ ਰਿਫਿਊਜ਼ਲ ਐਂਡ ਡਿਸੀਜਨ ਆ ਜਾਂਦੇ ਆ। ਜਿਹੜੀ ਡੈਫਰ ਹੁੰਦੀ ਸੀ, ਡੈਫਰ ਮਤਲਬ ਕਿ ਇੱਕ ਇਨਟੇਕ ਤੋਂ ਦੂਜੇ ਇਨਟੇਕ ਜਿਹੜੇ ਬੱਚੇ ਜਾਂਦੇ ਸੀ ਉਹ 10 ਤੋਂ 20% ਹੁੰਦੇ ਸੀ ਅਤੇ ਕਦੇ ਵੀ ਕਿਸੇ ਕਾਲਜ ਨੇ ਡੈਫਰ ਤੋਂ ਮਨਾ ਨਹੀਂ ਕੀਤਾ ਸੀ। ਬਟ ਹੁਣ ਕੀ ਹੋਇਆ, ਇੱਕ ਕਾਲਜ ਨੇ ਜਨਵਰੀ ਇਨਟੇਕ ਲਈ 100 ਆਫਰ ਇਸ਼ੂ ਕਰ ਦਿੱਤਾ, 100 ਆਫਰ ਉਸਨੇ ਮਈ ਇਨਟੇਕ ਲਈ ਇਸ਼ੂ ਕਰਤਾ। ਹੁਣ ਜਨਵਰੀ ਵਾਲੇ 100 ਦੇ ਵਿੱਚੋਂ 20 ਦਾ ਵੀਜ਼ਾ ਆਇਆ ਤਾਂ 80 ਫਿਰ ਅੱਗੇ ਮਈ ਦੇ ਵਿੱਚ ਚਲੇ ਗਏ। ਕਾਲਜਸ ਦੇ ਵਿੱਚ ਕਾਲਜਸ ਦੇ ਰਿਪਰੈਜ਼ੈਂਟੇਟਿਵ ਨਾਲ ਜਦੋਂ ਗੱਲ ਕਰੀ ਜਾਂਦੀ ਹੈ ਜਾਂ ਹੁੰਦੀ ਹੈ ਵੀ ਡੈਫਰ ਕਿਉਂ ਨਹੀਂ ਦੇ ਰਿਹਾ, ਤਾਂ ਉਹਨਾਂ ਦੇ ਵਿੱਚੋਂ ਵੀ ਇਹ ਗੱਲ ਸੁਣਨ ਨੂੰ ਆਉਂਦੀ ਹੈ ਕਿਉਂਕਿ ਉੱਥੇ ਵੀ ਇਹਨਾਂ ਨੇ ਟੀਮ ਨੇ ਹੀ ਕੰਮ ਕਰਨਾ, ਬੰਦਿਆਂ ਨੇ ਹੀ ਕੰਮ ਕਰਨਾ ਹੁੰਦਾ। ਤਾਂ ਉਹ ਕਹਿੰਦੇ ਇੱਕ ਟਾਈਮ ਕਾਲਜਾਂ ਦੇ ਸਿਸਟਮ ਦੇ ਵਿੱਚ ਬਹੁਤ ਗੜਬੜ ਆ ਗਈ ਸੀ, ਬੱਚਿਆਂ ਦਾ ਪਤਾ ਨਹੀਂ ਸੀ ਕਿਸ ਤਰੀਕੇ ਨਾਲ ਉਹ ਸਟੂਡੈਂਟ ਨੂੰ ਐਡਜਸਟ ਕਰਨ। ਸਟੂਡੈਂਟ ਜਿਹੜੇ ਇਨਟੇਕ ਦੇ ਕਿਸੇ ਫਾਲ ਇਨਟੇਕ ਦੇ ਸਤੰਬਰ ਇਨਟੇਕ ਦੇ ਸਟੂਡੈਂਟ ਆਪਣੇ ਉਨੇ ਹੁੰਦੇ ਸੀ ਅਤੇ ਪਿਛਲੇ ਇਨਟੇਕ ਦੇ ਸਟੂਡੈਂਟ ਵੀ ਉੱਥੇ ਉਨੇ ਹੀ ਆ ਜਾਂਦੇ ਸਨ। ਸੋ ਇਹੀ ਰੀਜ਼ਨ ਸੀ ਕਾਲਜਸ ਨੇ ਜਿਹੜੀ ਡੈਫਰ ਦੇਣੀ ਬੰਦ ਕਰਤੀ। ਪ੍ਰੈਜ਼ੈਂਟ ਬਹੁਤ ਲਿਮਟਡ ਕਾਲਜ ਨੇ ਡੈਫਰ ਦਿੰਦੇ ਆ। ਆਪਾਂ ਗੱਲ ਕਰੀਏ ਯੂਨੀਵਰਸਿਟੀ ਆਫ ਮੈਨੀਟੋਬਾ ਦੀ,
यूनीवर्सिटी ऑफ मैनीटोबा ਦੇ ਵਿੱਚ ਅਗਰ ਜੇ ਤੁਸੀਂ ਗੱਲ ਕਰੋਗੇ ਤੁਹਾਨੂੰ ਡੈਫਰ ਜਿਹੜੀ ਹੈਗੀ ਆ ਨਹੀਂ ਮਿਲਦੀ। ਕਾਲਜ ਆਪਸ਼ਨ ਦਿੰਦਾ ਵੀ ਜਾਂ ਤਾਂ ਸਟੂਡੈਂਟ ਆਪਣੀਆਂ ਕਲਾਸਿਸ ਸਟਾਰਟ ਕਰੇ, ਅਦਰਵਾਈਜ਼ ਆਪਣੀ ਫੀਸ ਰਿਫੰਡ ਲੈ ਲੇ। ਹੁਣ ਬੱਚੇ ਦਾ ਹਾਲੇ ਵੀਜ਼ਾ ਨਹੀਂ ਆਇਆ, ਬੱਚੇ ਨੇ ਫੀਸ ਆਪਣੀਆਂ ਕਲਾਸਿਸ ਸਟਾਰਟ ਕਰਤੀਆਂ ਤਾਂ ਉਹ ਸਭ ਤੋਂ ਵੱਡਾ ਰਿਸਕ ਹੈ। ਕੱਲ੍ਹ ਨੂੰ ਵੀਜ਼ਾ ਰਿਫਿਊਜ਼ ਹੋ ਗਏ, ਵੀਜ਼ੇ ਹੁਣ ਰਿਫਿਊਜ਼ ਹੋ ਵੀ ਰਹੇ ਨੇ ਤਾਂ ਉਸ ਤੋਂ ਬਾਅਦ ਫੀਸ ਦਾ ਲੋਸ। ਹੁਣ ਬੱਚੇ ਕੀ ਕਰ ਰਹੇ ਨੇ, ਆਪਣੀ ਕਾਲਜ ਤੋਂ ਫੀਸ ਰਿਫੰਡ ਲੈ ਰਹੇ, ਫਾਈਲ ਐਮਬੈਸੀ ਲੱਗੀ ਹੈ, ਹਾਈ ਕਮਿਸ਼ਨ ਦੇ ਵਿੱਚ ਪ੍ਰੋਸੈਸਿੰਗ ਦੇ ਵਿੱਚ ਹੈ, ਕਾਲਜ ਤੋਂ ਫੀਸ ਰਿਫੰਡ ਲੈ ਰਹੇ ਨੇ, ਰਿਫੰਡ ਲੈ ਕੇ ਦੁਬਾਰਾ ਸੇਮ ਕਾਲਜ 'ਚ ਆਫਰ ਅਪਲਾਈ ਕਰਕੇ ਦੁਬਾਰਾ ਫੀਸ ਭਰ ਰਹੇ ਨੇ। ਸੋ ਕਿੰਨੀ ਉਸ ਦੇ ਵਿੱਚ ਦੇਖੋ ਟਾਈਮ ਵੇਸਟ ਤੇ ਪੈਸੇ ਦੀ ਵੇਸਟ ਜਿਹੜੀ ਸਟੂਡੈਂਟ ਦੀ ਹੋ ਰਹੀ ਆ, ਉਨੀ ਹੀ ਕਿਸੇ ਕੰਸਲਟੈਂਟ ਦੀ ਹੋ ਰਹੀ ਹੈ ਜਿਹੜਾ ਕੋਈ ਕਰਦਾ। ਹੁਣ ਇੱਕ ਐਪਲੀਕੇਸ਼ਨ ਨੂੰ 3-3 ਵਾਰੀ ਲਾਉਣਾ ਬਹੁਤ ਮੁਸ਼ਕਿਲ ਹੁੰਦਾ ਹੈ। ਹੁਣ ਗੱਲ ਕਰੀਏ ਕਿਸੇ ਬੱਚੇ ਦਾ ਵੀਜ਼ਾ ਨਹੀਂ ਆਏਗਾ, ਬੱਚੇ ਦਾ ਡੈਫਰ ਹੋ ਗਿਆ। ਡੈਫਰ ਇੱਕ ਛੋਟਾ ਜਿਹਾ ਸ਼ਬਦ ਹੁੰਦਾ ਕਹਿਣਾ, ਬਟ ਡੈਫਰ ਨਵਾਂ ਆਫਰ ਆਉਂਦਾ, ਨਵੀਂ ਫਾਰਮ ਭਰੇ ਜਾਂਦੇ ਆ, ਨਵੀਂ SOP ਬਣਦੀ ਆ ਤਾਂ ਲੱਗ ਕੇ ਦੁਬਾਰਾ ਫਿਰ ਐਪਲੀਕੇਸ਼ਨ ਦੇ ਵਿੱਚ ਅਪਡੇਟ ਹੁੰਦਾ। ਕੋਈ ਇੱਦਾਂ ਨਹੀਂ ਹੁੰਦਾ ਵੀ ਡੈਫਰ ਆ ਗਿਆ ਤਾਂ ਇਕੱਲਾ ਆਫਰ ਅਪਡੇਟ ਕਰਤਾ, ਨਹੀਂ, ਇਕੱਲਾ ਆਫਰ ਕਦੇ ਅਪਡੇਟ ਨਹੀਂ ਹੁੰਦਾ, ਨਾਲ ਫਾਰਮ ਵੀ ਅਪਡੇਟ ਹੁੰਦੇ, ਨਾਲ ਐਡੀਸ਼ਨਲ ਜਿਹੜੀ SOP ਵੀ ਅਪਡੇਟ ਹੁੰਦੀ ਹੈ। ਸੋ ਇਹੀ ਰੀਜ਼ਨ ਬੈਕਲੌਗ ਦਾ ਹਾਈ ਕਮਿਸ਼ਨ ਦੇ ਵਿੱਚ ਸੀ, ਬੈਕਲੌਗ ਸੀ ਬਹੁਤ ਜ਼ਿਆਦਾ, ਐਂਡ ਜਿਹੜਾ ਹੈਗਾ ਗਾ ਕਾਲਜ ਦੇ ਵਿੱਚ ਵੀ ਸੀ। ਹੁਣ ਇੱਥੇ ਇੱਕ ਗੱਲ ਜਿਹੜੀ ਮਿਸ ਹੋਈ ਆ, ਹੁਣ ਜਿੰਨੀਆਂ ਵੀ SDS ਵਾਲੀਆਂ ਐਪਲੀਕੇਸ਼ਨਾਂ ਉਹ CPC ਐਡਮਿੰਟਨ ਜਾਂਦੀਆਂ ਸੀ, ਕੇਸ ਪ੍ਰੋਸੈਸਿੰਗ ਜਿਹੜਾ ਸੈਂਟਰ ਹੈਗਾ ਐਡਮਿੰਟਨ ਦੇ ਵਿੱਚ ਜਾਂਦਾ, ਐਂਡ ਜਿਹੜਾ ਨੌਨ SDS ਵਾਲੀਆਂ ਐਪਲੀਕੇਸ਼ਨਾਂ ਉਹ ਸਾਰੀਆਂ ਦੀਆਂ ਸਾਰੀਆਂ ਓਟਵਾ ਜਾਂਦੀਆਂ ਸੀ। ਹੁਣ ਕਿਉਂਕਿ ਬੈਕਲੌਗ ਜਿਹੜਾ ਜ਼ਿਆਦਾਤਰ SDS ਦਾ ਹੀ ਸੀ, ਜਿਹੜਾ ਆਲਮੋਸਟ ਗੱਲ ਕਰੀਏ ਬਹੁਤ ਜ਼ਿਆਦਾ ਬੈਕਲੌਗ ਜਿਹੜਾ SDS ਐਪਲੀਕੇਸ਼ਨ ਦਾ ਸੀ, ਤਾਂ ਜਿਹੜਾ ਐਡਮਿੰਟਨ ਦੇ ਵਿੱਚ ਇੱਕ ਸ਼ਨੂਕ ਨਾਮ ਸੌਫਟਵੇਅਰ ਹੈ, ਇੱਕ ਆਪਾਂ ਕਹਿ ਸਕਦੇ ਹਾਂ ਐਕਸਲ ਸ਼ੀਟ ਬੇਸਡ ਸੌਫਟਵੇਅਰ ਆ ਜੋ ਪ੍ਰੈਜੈਂਟਲੀ ਹਾਈ ਕਮਿਸ਼ਨ ਜਾਂ ਵੀਜ਼ਾ ਅਫਸਰ ਯੂਜ਼ ਕਰ ਰਹੇ ਆ। ਉਸ ਦੇ ਵਿੱਚ ਇੱਕ ਟਾਈਮ 'ਤੇ ਉਹ ਨੰਬਰ ਆਫ ਐਪਲੀਕੇਸ਼ਨਾਂ ਨੂੰ ਚੈੱਕ ਕਰ ਸਕਦੇ ਆ। ਉਹਦੇ ਵਿੱਚ ਪੁਰਾਣੀਆਂ ਐਪਲੀਕੇਸ਼ਨਾਂ ਈਵਨ ਕਿ ਚਾਹੇ 1000 ਐਪਲੀਕੇਸ਼ਨ ਦੇ GCMS ਨੋਟਸ ਉਹਨਾਂ ਨੇ ਕੱਢ ਕੇ ਦੇਖਣੇ ਹੋਣ, ਉਹਨਾਂ ਦੇ ਬਿਹਾਵ 'ਤੇ ਜਿਹੜਾ ਹੈਗਾ ਉਹ ਐਪਲੀਕੇਸ਼ਨ ਨੂੰ ਅਸੈਸ ਕਰ ਸਕਦੇ ਆ। ਸੌਫਟਵੇਅਰ ਜੋ ਪੁਰਾਣੀਆਂ ਐਪਲੀਕੇਸ਼ਨਾਂ ਜਿਹੜੀਆਂ ਹਨ ਉਹਨਾਂ ਦੇ ਬਿਹਾਵ 'ਤੇ ਨਵੀਆਂ ਐਪਲੀਕੇਸ਼ਨਾਂ ਨੂੰ ਜੱਜ ਕਰ ਰਿਹਾ। ਦੂਸਰਾ ਜੋ ਨੋਟਸ ਤਿਆਰ ਕਰਦਾ, ਜੋ GCMS ਨੋਟਸ ਆਫਿਸਰ ਤਿਆਰ ਕਰਦੇ ਆ, ਉਹ ਵੀ ਸੌਫਟਵੇਅਰ ਦੇ ਵਿੱਚ ਤਿਆਰ ਹੋ ਰਹੇ ਆ। ਸੋ ਇੱਦਾਂ ਦੀ ਜਿਹੜੀ ਹੈਗੀ ਆ ਇੱਕ ਤਰੀਕੇ ਦੇ ਨਾਲ ਜਿਹੜੀਆਂ ਐਪਲੀਕੇਸ਼ਨਾਂ ਦੀ ਚੈਕਿੰਗ ਜਿਹੜੀ ਹੈਗੀ ਆ ਉਹ ਸ਼ਿਨੂਕ ਜੋ ਸੌਫਟਵੇਅਰ ਆ, ਤੁਸੀਂ ਈਵਨ ਕਿ ਨਿਊਜ਼ ਪੜ੍ਹ ਸਕਦੇ ਹੋ, ਆਰਟੀਕਲ ਪੜ੍ਹ ਸਕਦੇ ਹੋ, ਉਸ ਦੇ ਰਿਲੇਟਡ ਬਹੁਤ ਸਾਰੇ ਆਰਟੀਕਲ ਛਪੇ ਨੇ। ਸੌਫਟਵੇਅਰ ਦੇ ਵਿੱਚ ਕੰਪਿਊਟਰ ਦੇ ਵਿੱਚ ਐਪਲੀਕੇਸ਼ਨਾਂ ਚੈੱਕ ਹੁੰਦੀਆਂ। ਇਹੀ ਰੀਜ਼ਨ ਹੈ ਹੁਣ ਆਪਾਂ SOP ਲਿਖਦੇ ਹਾਂ, ਇੱਕ ਚੰਗੇ ਤਰੀਕੇ ਨਾਲ SOP ਲਿਖੀ ਜਾਂਦੀ ਆ। ਹੁਣ SOP ਲਿਖਣ ਦਾ ਬੈਨੀਫਿਟ ਤਾਂ ਹੁੰਦਾ ਜੇ ਉਹ ਪੜ੍ਹੀ ਜਾਊ। ਕਦੇ ਵੀ ਕੋਈ ਸੌਫਟਵੇਅਰ ਕਿਸੇ ਦੀ SOP ਨਹੀਂ ਪੜ੍ਹ ਸਕਦਾ। ਸੌਫਟਵੇਅਰ ਨੇ ਜੋ ਡਿਸੀਜਨ ਲੈਣਾ, ਜੋ ਪੁਰਾਣੀਆਂ ਐਪਲੀਕੇਸ਼ਨਾਂ ਜੋ ਡਾਟਾਬੇਸ ਉਸ ਦੇ ਵਿੱਚ ਸੈੱਟ ਕੀਤਾ ਵਾ ਉਸ ਦੇ ਅਕੋਰਡਿੰਗ ਹੀ ਲੈਣੀਆਂ। ਉਸਨੇ ਪੁਰਾਣੀ ਐਪਲੀਕੇਸ਼ਨਾਂ ਦੇ GCMS ਨੋਟਸ ਪੜ੍ਹਨੇ ਆ, ਉਸ ਦੇ ਅਕੋਰਡਿੰਗ ਐਪਲੀਕੇਸ਼ਨ 'ਤੇ ਡਿਸੀਜਨ ਦੇ ਦੇਣਾ, ਐਪਲੀਕੇਸ਼ਨ ਪ੍ਰੋਸੈਸ ਕਰਨੀ ਹੈ ਐਂਡ ਉਸ ਦੇ ਨੋਟਸ ਤਿਆਰ ਕਰਨੇ ਆ, ਜੋ ਨੋਟਸ ਵੀ ਤਿਆਰ ਕੀਤੇ ਜਾਂਦੇ ਆ। ਸੋ ਇਸ ਦਾ ਬਹੁਤ ਇਨ ਕੈਨੇਡਾ ਵੀ ਇਸ ਦੇ ਵਿੱਚ, ਕਿਉਂਕਿ ਜੁਡੀਸ਼ੀਅਲ ਰਿਵਿਊ 'ਤੇ ਜਦੋਂ ਕੇਸ ਕੀਤੇ ਜਾਂਦੇ, JR ਦਾ ਕੇਸ ਫੈਡਰਲ ਕੋਰਟ ਦੇ ਵਿੱਚ ਜਾਂਦਾ ਤਾਂ ਉੱਥੇ ਸਾਰੀ ਡਿਟੇਲ ਇਹ ਨਿਕਲ ਕੇ ਆਉਂਦੀ ਹੈ। ਸੋ ਦੂਸਰੇ ਪਾਸੇ ਐਡਮਿੰਟਨ ਦੇ ਵਿੱਚ ਇਹ ਹੋ ਰਹੀ ਹੈ, ਇਹੀ ਰੀਜ਼ਨ ਹੈ ਐਡਮਿੰਟਨ ਦੇ ਵਿੱਚ ਜਿਹੜੀਆਂ SDS ਐਪਲੀਕੇਸ਼ਨਾਂ ਰਿਫਿਊਜ਼ ਜ਼ਿਆਦਾ ਹੋ ਰਹੀਆਂ, ਜ਼ਿਆਦਾਤਰ ਰਿਫਿਊਜ਼ਲ SDS ਦੀ ਆ ਰਹੀ ਹੈ। ਦੂਸਰੇ ਪਾਸੇ ਜਿਹੜੀ PTE ਵਾਲੀ ਐਪਲੀਕੇਸ਼ਨ ਆ ਉਹ ਓਟਵਾ ਦੇ ਵਿੱਚ ਮੋਸਟਲੀ ਪ੍ਰੋਸੈਸ ਹੁੰਦੀ ਹੈ। ਮੈਂ ਨਹੀਂ ਕਹਿੰਦਾ ਸਾਰੀਆਂ ਐਪਲੀਕੇਸ਼ਨਾਂ ਇੱਦਾਂ ਹੁੰਦੀਆਂ, ਬਟ ਲੋਕਡਾਊਨ ਦੇ ਵਿੱਚ ਹੋਇਆ ਸੀ, ਕਈ ਐਪਲੀਕੇਸ਼ਨਾਂ SDS ਵਾਲੀਆਂ ਦੀ ਰਿਫਿਊਜ਼ਲ ਵੀ ਓਟਵਾ ਦੇ ਆਈ ਹੈ, ਕਈਆਂ ਦੀ ਚਾਈਨਾ 'ਚੋਂ ਆਈ ਹੈ, ਬਹੁਤ ਇੱਦਾਂ ਦੀ ਹੋਈ ਸੀ। ਬਟ ਮੋਸਟਲੀ ਐਪਲੀਕੇਸ਼ਨ ਅਗਰ ਆਪਾਂ ਗੱਲ ਕਰੀਏ ਤਾਂ ਇੱਦਾਂ ਦੀ ਹੈ, ਇੱਦਾਂ ਦਾ ਹੁੰਦਾ ਗਾ। ਸੋ ਜਿਹੜੀਆਂ PTE ਦੀਆਂ ਐਪਲੀਕੇਸ਼ਨਾਂ ਉਹ ਮੈਨੂਅਲੀ ਚੈੱਕ ਹੋ ਰਹੀਆਂ, ਉਹ ਜਾ ਰਹੀਆਂ ਓਟਵਾ ਦੇ ਵਿੱਚ। ਹੁਣ ਇਸ ਤੋਂ ਪਹਿਲਾਂ ਕਦੇ ਵੀ PTE ਨੂੰ ਲੈ ਕੇ ਆਫੀਸ਼ੀਅਲ ਟਵੀਟ ਕਦੇ ਵੀ ਗਵਰਨਮੈਂਟ ਵੱਲੋਂ ਨਹੀਂ ਆਇਆ। ਪਿੱਛੇ ਜੇ ਜਦੋਂ ਤੁਹਾਨੂੰ ਯਾਦ ਹੋਵੇ ਕੋਵਿਡ ਲੋਕਡਾਊਨ ਦੇ ਵਿੱਚ ਜਦੋਂ IELTS ਦੇ ਐਗਜ਼ਾਮ ਬੰਦ ਹੋ ਗਏ ਸੀ, ਗਵਰਨਮੈਂਟ ਦੁਆਰਾ ਇੱਕ ਟਵੀਟ ਆਇਆ ਸੀ, ਜਿਹੜਾ ਜਨਰਲ IELTS ਹੈ, ਜਨਰਲ ਟ੍ਰੇਨਿੰਗ IELTS ਨੂੰ ਵੀ SDS ਲਈ ਉਹ ਕੰਸੀਡਰ ਕਰ ਰਹੇ ਸੀ, ਉਹਨਾਂ ਵੱਲੋਂ ਟਵੀਟ ਕੀਤਾ ਗਿਆ। ਉਦੋਂ ਪਹਿਲੀ ਵਾਰ ਆਫੀਸ਼ੀਅਲੀ ਉਹਨਾਂ ਨੇ ਅਪਡੇਟ ਦਿੱਤੀ ਸੀ ਵੀ ਜੋ PTE ਵਾਲੀ ਜਨਰਲ ਟ੍ਰੇਨਿੰਗ ਦੇ ਵਿੱਚ ਜਿਨ੍ਹਾਂ ਦੇ 6 'ਚ ਓਵਰਆਲ 6 ਬੈਂਡ ਨੇ ਉਹ IELTS ਜੋ SDS ਪ੍ਰੋਗਰਾਮ ਲਈ ਕੰਸੀਡਰ ਹੋਊਗੀ। ਅਕੈਡਮਿਕ ਤਾਂ ਜੋ 6 'ਚ ਓਵਰਆਲ 6 ਚਲੋ ਹੋਏਗੀ, ਬਟ ਦੂਸਰੀ ਜਿਹੜੀ PTE ਵਾਲੀਆਂ ਐਪਲੀਕੇਸ਼ਨਾਂ ਉਹ ਨੌਨ SDS ਕੈਟਾਗਰੀ 'ਚ ਜਾਣਗੇ। ਪਹਿਲੀ ਵਾਰ ਹੋਇਆ ਸੀ ਆਫੀਸ਼ੀਅਲੀ ਉਹਨਾਂ ਵੱਲੋਂ ਕੋਈ ਟਵੀਟ ਆਇਆ, ਇਹ 3 ਤੋਂ 4 ਮਹੀਨੇ ਦੀ ਪਹਿਲਾਂ ਦੀ ਗੱਲ ਹੈ, ਤੁਸੀਂ ਜਾ ਕੇ ਟਵੀਟ ਚੈੱਕ ਕਰ ਸਕਦੇ ਹੋ। ਉਸ ਤੋਂ ਬਾਅਦ ਹੀ ਹੋਇਆ ਜਿਹੜਾ PTE ਦਾ ਸਕਸੈਸ ਰੇਟ ਵਧੀਆ ਗਿਆ। ਉਸ ਤੋਂ ਪਹਿਲਾਂ PTE 'ਤੇ ਐਪਲੀਕੇਸ਼ਨਾਂ ਲੱਗਦੀਆਂ ਸੀ, ਵੀਜ਼ਾ ਵੀ ਆਉਂਦੇ ਸੀ, ਬਟ ਆਫੀਸ਼ੀਅਲੀ ਕਦੇ ਕੋਈ ਨਿਊਜ਼ ਨਹੀਂ ਆਈ ਸੀ। ਸੋ ਇਹੀ ਕਿਤੇ ਨਾ ਕਿਤੇ ਜਿਹੜਾ ਹੈਗਾ ਰੀਜ਼ਨ ਹੈ SDS ਐਪਲੀਕੇਸ਼ਨਾਂ ਦੀ ਰਿਫਿਊਜ਼ਲ ਆ ਰਹੀ ਹੈ, ਐਂਡ ਜਿਹੜੀਆਂ ਨੌਨ SDS ਐਪਲੀਕੇਸ਼ਨਾਂ ਜਿਹੜੀਆਂ ਆਪਾਂ ਕਹਿ ਸਕਦੇ ਹਾਂ ਵੀ ਓਟਵਾ ਦੇ ਵਿੱਚ ਪ੍ਰੋਸੈਸ ਹੋ ਰਹੀਆਂ। CPC ਜਿਹੜਾ ਕੇਸ ਪ੍ਰੋਸੈਸਿੰਗ ਸੈਂਟਰ ਜਿਹੜਾ ਓਟਵਾ ਦੇ ਵਿੱਚ ਹੈਗਾ,
ਉੱਥੇ ਜਿਹੜਾ ਡਿਸੀਜਨ ਜਿਹੜਾ ਆ ਰਿਹਾ। ਸੋ ਕਿਤੇ ਨਾ ਕਿਤੇ ਹੁਣ ਕਦੋਂ ਇਹ ਚੀਜ਼ ਕਲੀਅਰ ਹੁੰਦੀ ਹੈ, ਕਦੋਂ ਇਹ ਬੈਕਲੌਗ ਕਲੀਅਰ ਹੁੰਦਾ, ਇਸ ਦੇ ਬਾਰੇ ਕਿਸੇ ਨੂੰ ਕੁਝ ਨਹੀਂ ਪਤਾ। ਬਟ ਕਿਤੇ ਨਾ ਕਿਤੇ ਜਦੋਂ ਤੱਕ ਇਹ ਚੀਜ਼ ਕਲੀਅਰ ਨਹੀਂ ਹੁੰਦੀ ਜਾਂ ਕਿਸੇ ਪਾਸੇ ਇਹ ਡਿਸੀਜਨ ਨਹੀਂ ਲੱਗਦਾ ਤਾਂ ਉਹਨਾਂ ਟਾਈਮ ਇਹ ਇੱਕ ਚਿੰਤਾ ਦਾ ਵਿਸ਼ੇ ਹੈ। ਬਹੁਤ ਸਟੂਡੈਂਟ ਬਹੁਤ ਮਿਹਨਤ ਕਰਦੇ ਨੇ, ਉਨੀ ਮਿਹਨਤ ਕੰਸਲਟੈਂਟ ਦੀ ਹੁੰਦੀ ਹੈ, ਬਟ ਜਦੋਂ ਐਟ ਦਾ ਐਂਡ ਰਿਫਿਊਜ਼ਲ ਹੁੰਦੀ ਹੈ ਤਾਂ ਹਰ ਇੱਕ ਬੰਦੇ ਲਈ ਉਹ ਚੀਜ਼ ਜਿਹੜੀ ਉਹ ਚੰਗੀ ਨਹੀਂ ਹੁੰਦੀ, ਮਾੜੀ ਹੀ ਹੁੰਦੀ ਹੈ। ਸੋ ਅੱਗੇ ਜੋ ਅਪਡੇਟ ਹੁੰਦੀ ਰਹੂਗੀ ਤੁਹਾਨੂੰ ਦੱਸਦੇ ਰਹਾਂਗੇ ਕੀ ਅਪਡੇਟ ਹੈ। ਇਹ ਆਰਟੀਕਲ ਹੈ, ਇਹ YouTube ਤੇ ਵੀਡੀਓ ਵੀ ਉਸ ਤੋਂ ਬਾਅਦ ਸ਼ੇਅਰ ਕਰਾਂਗੇ, ਉਸ ਤੋਂ ਬਾਅਦ ਪ੍ਰੋਪਰ ਆਰਟੀਕਲ ਵੀ ਅਸੀਂ ਸ਼ੇਅਰ ਕਰਾਂਗੇ ਜੋ ਸ਼ਿਨੂਕ ਸੌਫਟਵੇਅਰ ਤੇ ਉੱਪਰ ਆਰਟੀਕਲ ਛਪਿਆ ਵਾ, ਉਸ ਦੇ ਵਿੱਚ ਤੁਸੀਂ ਰੀਡ ਕਰ ਸਕਦੇ ਹੋ। ਉਹਦੇ ਲਿੰਕ ਵੀ ਮੈਂ ਟਰਾਈ ਕਰੂੰਗਾ ਮੈਂ ਨਾਲ ਸ਼ੇਅਰ ਕੀਤੀ ਜਾਵੇ ਤਾਂ ਜੋ ਤੁਹਾਨੂੰ ਪ੍ਰੋਪਰ ਇਨਫੋਰਮੇਸ਼ਨ ਉਸ ਤੋਂ ਮਿਲ ਸਕੇ। ਸੋ ਕਮੈਂਟ ਕੁਛ ਜ਼ਰੂਰ ਮੈਂ ਹਰਸ਼ਪ੍ਰੀਤ ਦੀ ਆਲਮੋਸਟ ਹੋ ਗਈ ਸੀ ਸਾਰੀ ਕੁਐਰੀ ਦੂਰ। ਤੇ YouTube ਤੇ ਜਿਹੜੇ ਕਮੈਂਟਸ ਹੈ ਉਹਨਾਂ ਨੂੰ ਅਸੀਂ ਰੀਡ ਕਰ ਰਹੇ ਹਾਂ। ਅਮਨ ਕੁਮਾਰ ਡਿਸਕਸ ਔਨ ਵਿਜ਼ਟਰ ਵੀਜ਼ਾ ਅਪਡੇਟਸ। ਵਿਜ਼ਟਰ ਵੀਜ਼ਾ ਨੂੰ ਲੈ ਕੇ ਹਾਲੇ ਕੋਈ ਅਪਡੇਟ ਨਹੀਂ ਆ ਰਿਹਾ। ਵਿਜ਼ਟਰ ਵੀਜ਼ਾ ਦਾ ਜਿਹੜਾ ਡਿਸੀਜ਼ਨ ਆ ਉਹ ਬਹੁਤ ਵਧੀਆ ਆ ਰਿਹਾ। ਕੋਈ ਵੀ ਅਗਰ ਤੁਹਾਡੇ ਕਿਸੇ ਪੇਰੈਂਟਸ ਦੇ ਕੋਈ ਚਿਲਡਰਨ ਕੈਨੇਡਾ ਸਟੱਡੀ ਵੀਜ਼ੇ 'ਤੇ ਹੈਗੇ ਨੇ, ਚਾਹੇ ਉਹਨਾਂ ਨੂੰ 6 ਮਹੀਨੇ ਹੋਇਆ ਗਿਆ ਨੂੰ, ਉਸ ਤੋਂ ਬਾਅਦ ਪੇਰੈਂਟਸ ਦੀ ਇਨਕਮ ਅੱਛੀ ਆ, ITR ਰੈਗੂਲਰਲੀ ਫਿਲ ਕਰ ਰਹੇ ਨੇ, ਉਹਨਾਂ ਦੀ ਬੈਂਕ ਦਾ ਜਿਹੜਾ ਲੈਣ ਦੇਣ ਅੱਛਾ, ਤਾਂ ਉਹ ਵਿਜ਼ਟਰ ਵੀਜ਼ਾ ਅਪਲਾਈ ਕਰ ਸਕਦੇ ਨੇ। ਚਾਹੇ ਤੁਹਾਡਾ ਕੋਈ ਰੀਅਲ ਬ੍ਰਦਰ ਸਿਸਟਰ ਉੱਥੇ ਹੈ ਜਾਂ ਕੋਈ ਫੈਮਿਲੀ ਰਿਲੇਟਿਵ ਹੈ। ਜੋ ਵਿਜ਼ਟਰ ਵੀਜ਼ਾ ਦੇ ਵਿੱਚ ਜੋ ਹਰ ਵਾਰ ਦੀ ਤਰ੍ਹਾਂ ਦੱਸਦੇ ਹਾਂ ਵੀ ਜਿਹੜੀ ਇਨਵੀਟੇਸ਼ਨ ਲੈਟਰ ਜੋ ਬੰਦਾ ਬੁਲਾ ਰਿਹਾ ਉਹ 20-30% ਵੈਲਿਡ ਹੁੰਦੀ ਹੈ ਕਹਿ ਸਕਦੇ ਹਾਂ। ਉਸ ਤੋਂ ਬਾਅਦ ਜਿਹੜੀ ਮੇਨ ਪ੍ਰੋਫਾਈਲ ਆ ਤੁਹਾਡੀ ਫੰਡ ਦੇਖੇ ਜਾਂਦੇ ਆ, ਤੁਹਾਡੀ ਇਨਕਮ ਦੇਖੀ ਜਾਂਦੀ ਹੈ। ਉਸ ਤੋਂ ਬਾਅਦ ਹੀ ਤੁਹਾਡਾ ਜਿਹੜਾ ਟਰੈਵਲ ਹਿਸਟਰੀ ਦੇਖੀ ਜਾਂਦੀ ਹੈ, ਤੁਹਾਡੇ ਜਾਣ ਦਾ ਕੀ ਕਾਰਨ ਉਹ ਦੇਖਿਆ ਜਾਂਦਾ। ਸੋ ਉਸ ਤੋਂ ਬਾਅਦ ਹੀ ਵਿਜ਼ਟਰ ਵੀਜ਼ਾ ਦਾ ਜਿਹੜਾ ਉਹ ਐਪਲੀਕੇਸ਼ਨ ਅਸੈਸ ਹੁੰਦੀ ਹੈ। ਬਟ ਵਿਜ਼ਟਰ ਵੀਜ਼ਾ ਦਾ ਪ੍ਰੋਸੈਸ ਬਹੁਤ ਚੰਗਾ ਚੱਲ ਰਿਹਾ। ਜੇ ਕੋਈ ਤੁਹਾਡਾ ਉੱਥੇ ਹੈ, ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ, ਤੁਹਾਡੇ ਸਾਰੇ ਡਾਕੂਮੈਂਟ ਤੁਹਾਡੇ ਕੋਲ ਕੰਪਲੀਟ ਹਨ ਤਾਂ ਤੁਸੀਂ ਅਪਲਾਈ ਕਰੋ। ਚੰਗਾ ਟਾਈਮ ਹੈ ਵਿਜ਼ਟਰ ਵੀਜ਼ੇ ਦਾ। ਨਵੀਂ ਬਰਾੜ ਕੌਨਸਟੋਗਾ ਆਫਰ ਦੀ ਲੈਟਰ ਕੌਨਸਟੋਗਾ ਕਾਲਜ ਦਾ ਆਫਰ ਲੈਟਰ ਦੇ ਉੱਪਰ ਟਾਈਮ ਲੱਗ ਰਿਹਾ। ਨਵੀਂ ਕਾਲਜ ਹੈ, ਟਾਈਮ ਹੈ ਕਿਸੇ ਬੱਚੇ ਨੂੰ ਕਾਲਜ ਅਪ ਟੂ 20 ਡੇਜ਼ ਦੇ ਵਿੱਚ ਦੇਣ ਦਾ, ਤੇ ਬਟ ਕਈਆਂ ਦਾ ਮਹੀਨਾ ਡੇਢ ਮਹੀਨਾ ਵੀ ਜਿਹੜਾ ਕੌਨਸਟੋਗਾ ਦੇ ਉੱਪਰ ਲੱਗ ਰਿਹਾ। ਸੋ ਵੇਟ ਹੀ ਕਰੋ ਤਾਂ ਬੈਟਰ ਹੈ। ਗਗਨ ਬੁੱਟਰ +2 2018 70% 1 year ਗੈਪ ਦੈਨ ਗ੍ਰੈਜੂਏਸ਼ਨ BA ਰੀਸੈਂਟ ਪਾਸ ਆਊਟ PT 58 ਨੋਟ ਲੈਸ ਦੈਨ। ਕੈਨੇਡਾ ਪੋਸੀਬਿਲਿਟੀ ਹੈ ਗਗਨ ਤੁਹਾਡੀ ਹੈ, ਬਟ ਜਿਹੜੀ +2 ਤੇ BA ਦੇ ਵਿੱਚ ਜਿਹੜਾ ਗੈਪ ਆ ਉਸ ਦੀ ਐਕਸਪਲੇਨੇਸ਼ਨ ਤੁਹਾਨੂੰ ਦੇਣੀ ਪੈਣੀ ਹੈ। ਤੁਸੀਂ ਬੈਚਲਰ ਦੇ ਵਿੱਚ ਪਹਿਲਾਂ ਤਾਂ ਮੈਟਰ ਕਰਦਾ ਕਿਹੜੇ ਸਬਜੈਕਟ ਲੈਤੇ ਆ। ਜੇ ਨਾਰਮਲ ਸਬਜੈਕਟ ਦੇ ਨਾਲ BA ਕੀਤੀ ਹੈ, ਕੋਈ ਈਵੈਂਟ ਮੈਨੇਜਮੈਂਟ, HRM ਮੈਨੇਜਮੈਂਟ, ਹੋਸਪਿਟੈਲਿਟੀ ਮੈਨੇਜਮੈਂਟ, ਇੱਦਾਂ ਦੇ ਕੋਈ ਪੋਸਟ ਗ੍ਰੈਜੂਏਟ ਡਿਪਲੋਮਾ 'ਚ ਐਡਮਿਸ਼ਨ ਲਓ। ਕਾਲਜ ਉਹ ਚੂਜ਼ ਕਰਿਓ ਜਿਹੜਾ 56 ਨੋਟ ਲੈਸ ਦੈਨ 52 ਤੇ ਤੁਹਾਨੂੰ ਪੋਸਟ ਗ੍ਰੈਜੂਏਟ ਡਿਪਲੋਮੇ ਦੇ ਵਿੱਚ ਐਡਮਿਸ਼ਨ ਦੇ ਦੇ। PG ਡਿਪਲੋਮਾ ਲੈਣਾ ਤਾਂ ਤੁਸੀਂ ਟਰਾਈ ਕਰ ਸਕਦੇ ਹੋ, ਕੈਨੇਡਾ 'ਚ ਤੁਹਾਡੀ ਪੋਸੀਬਿਲਿਟੀ ਹੈ। ਪ੍ਰੈਜੈਂਟਲੀ ਮੈਂ ਤੁਹਾਨੂੰ ਆਲਰੇਡੀ ਦੱਸ ਕੇ ਚੁੱਕਿਆ ਵੀ PT ਵਾਲਿਆਂ ਦੇ ਡਿਸੀਜ਼ਨ ਈਵਨ SDS ਤੋਂ ਵੀ ਬੈਟਰ ਆ ਰਹੇ ਨੇ। ਨਿਰਮਲ ਸਿੰਘ PT ਓਵਰਆਲ 59। PT ਦਾ ਸਕੋਰ ਰਿਜ਼ਲਟ ਆ ਜਾਏਗਾ ਜੀ। ਰਿਜ਼ਲਟ ਦੇ ਵਿੱਚ ਕੁਛ ਵੀ ਦੇਖੀਏ, ਰਿਜ਼ਲਟ ਕਦੇ ਵੀ ਸਕੋਰ 'ਤੇ ਮੈਟਰ ਨਹੀਂ ਕਰਦਾ। ਹੁਣ ਆਲਰੇਡੀ ਮੈਂ ਕੱਲ੍ਹ ਮੇਬੀ ਇੱਕ ਪ੍ਰੋਫਾਈਲ ਸ਼ੇਅਰ ਕੀਤੀ ਹੈ, ਉਹਦਾ 14 ਦਿਨਾਂ 'ਚ ਵੀਜ਼ਾ, ਉਸ ਤੋਂ ਇੱਕ ਦਿਨ ਪਹਿਲਾਂ ਕੀਤੀ ਹੈ ਉਹਦਾ 8 ਦਿਨਾਂ 'ਚ ਸਟੂਡੈਂਟ ਵੀਜ਼ਾ ਆ ਗਿਆ ਸੀ। ਸੋ ਵੀਜ਼ਾ ਪ੍ਰੋਸੈਸਿੰਗ ਅਲੱਗ-ਅਲੱਗ ਹੈ, ਕੋਈ ਵੀ ਬੰਦਾ ਉਹਨੂੰ ਤੇਜ਼ ਨਹੀਂ ਕਰ ਸਕਦਾ, ਕੋਈ ਵੀ ਸਲੋ ਨਹੀਂ ਕਰ ਸਕਦਾ। ਬਟ ਅਗਰ ਪ੍ਰੋਸੈਸ ਦੇ ਵਿੱਚ ਹੈ ਤਾਂ ਬੈਟਰ ਹੀ ਹੈ। ਸੋ ਡਿਸੀਜ਼ਨ ਆਉਣਾ ਚਾਹੀਦਾ ਪੋਜ਼ੀਟਿਵ, ਕਦੋਂ ਵੀ ਆ ਜਾਏ, ਚਾਹੇ ਮਹੀਨੇ ਤੋਂ ਆ ਜਾਏ, 2 ਮਹੀਨੇ ਤੋਂ ਆ ਜਾਏ, 3 ਮਹੀਨੇ ਤੋਂ ਆ ਜਾਏ, ਟਾਈਮ ਕੋਈ ਮੈਟਰ ਨਹੀਂ ਕਰਦਾ। ਬਟ ਜਦੋਂ ਵੀ ਆਵੇ ਪੋਜ਼ੀਟਿਵ ਡਿਸੀਜ਼ਨ ਆਵੇ ਉਹ ਮੈਟਰ ਕਰਦਾ। ਸੋ ਟਾਈਮ ਤਾਂ ਲੱਗਦਾ ਹੀ ਰਹਿੰਦਾ, ਟਾਈਮ ਕੋਈ ਉਸ ਦੇ ਉੱਪਰ ਨਹੀਂ ਹੈ। K Sharma, my PT 58 not less than 52 +2 Yorkville University Vancouver July intake medical 4 February file lodge on 20 March biometric update on 28 March correspondence SP। ਸੋ ਬਾਇਓਮੈਟ੍ਰਿਕ ਤਾਂ ਜਿਸ ਦਿਨ ਤੁਹਾਡੀ ਐਪਲੀਕੇਸ਼ਨ ਲੱਗ ਗਈ ਮੋਸਟਲੀ ਉਸ ਤੋਂ ਬਾਅਦ ਹੀ ਤੁਹਾਡੇ ਕੋਲ ਲੈਟਰ ਵੀ ਆ ਜਾਂਦਾ ਤੇ ਕਨਫਰਮੇਸ਼ਨ ਵੀ ਉਸਦੀ ਆ ਜਾਂਦੀ ਹੈ ਜਦੋਂ ਤੁਸੀਂ ਕਰ ਦਿੰਦੇ ਹੋ। ਸੋ ਹਲੇ ਤੁਹਾਡੀ ਰਕੇਸ਼ ਅਗਰ ਗੱਲ ਕਰੀਏ ਤਾਂ ਐਪਲੀਕੇਸ਼ਨ ਤੁਹਾਡੀ ਆਲਮੋਸਟ 20 ਮਾਰਚ ਨੂੰ ਲੌਂਚ ਹੋਈ ਹੈ। 20 ਮਾਰਚ, 20 ਅਪ੍ਰੈਲ, 20 ਮਈ, ਆਲਮੋਸਟ 2 ਮਹੀਨੇ ਹੋਏ ਨੇ ਤੁਹਾਡਾ ਯੋਰਕਵਿਲਾ ਦਾ। ਅਗਰ ਤਾਂ ਇਨਟੇਕ ਤੁਹਾਡਾ ਜੋ ਜੁਲਾਈ ਇਨਟੇਕ ਹੈ
जुलाई इनटेक की जी अपडेट तुसी कॉलेज नूं करनी हुंदी है 10 जून तक तुसी ਜਾਂ 20 जून तक तुसी वैब फॉर्म फिल कर सकते हो ਜਦੋਂ ਤੁਹਾਡੇ क्लासेस नेड़े आउण उदों पहला वेट करो उदों बाद ही तुसी अपनी कोई भी वैब फॉर्म उस तो पहला डिसीजन आ गया तो ठीक है नहीं जून 10 तो जून 20 तक तुसी वैब फॉर्म फिल कर सकते हो क्लासेस का इनफॉर्म कर सकते हो रिक्वेस्ट कर सकते हो हाई कमीशन थ्रू वैब फॉर्म। टाइम जी मैं ऑलमोस्ट सारे दस दिना जोड़ा टाइम है कोई भी रिजल्ट जो साडा जल्दी आता है जे मैं भी कहा भी मेरा पीटी तो एक वीज़ा 14 दिन आ गया तो जरूरी नहीं सारे आते हैं हुण एक वीज़ा आया तो ऑलमोस्ट 50 एप्लीकेशन हाले प्रोसैस के भी होंगे सो जो एक वीज़ा आ जाता वो तुहाडे नाल जरूर साडा शेयर करना बनता। सो टाइम जोड़ा सिंपल है भी जो तुहाडी एप्लीकेशन प्रोसैस के है डिसीजन नैगेटिव डिसीजन नहीं आया तो कोई मैटर नहीं प्रोसैस के है अगर तुहाडीआं क्लासेस हजे स्टार्ट होने दे विच टाइम है तो वेट करो कुछ भी करने की जरूरत नहीं है जे तुहाडा तुहाडीआं जिहड़ियां क्लासेस ने वो स्टार्ट होण जा रही ने जां कॉलेज तुहानूं डैफर नहीं दे रहा जां तुसीं ऑनलाइन क्लासां लगाउणीआं दैन तुसीं अपडेट कर सकते हो वैब फॉर्म फिल कर सकते हो अदरवाइज तुहानूं वेट ही करना चाहिए रिजल्ट तो जदों भी आवे पॉजिटिव आवे वेट लेट आ जाए कोई मैटर नहीं उस चीज़ का। अमरिंदर सिंह नॉट एबल टू मीट यू सर एट बठिंडा ब्रांच आल दो रिसैप्शन इज बहुत बार अपॉइंटमेंट एक बार अमरिंदर तुसी काउंसलर दे नाल गल कर लो अगर उन्होंने लगूगा तो डेफिनेटली तुहानूं वो मिलवा देंगे अपॉइंटमेंट फिक्स कर देंगे एक बार काउंसलर नाल रिसैप्शन तो ना तुसी भी जाओ काउंसलर नाल जरूर गल करो वो भी जो भी डिटेल है तुहानूं काउंसलर शेयर कर देंगे अगर तुसी मिलना भी है तो डेफिनेटली मिलवा भी देंगे टाइम की थोड़ी शॉर्टेज रहिंदी है बट जो भी तुहानूं होऊगा इदां कुछ नहीं है जो भी मैं ऑफिस अवेलेबल होऊंगा सेम डे तो डेफिनेटली तुहानूं मिल के जाऊँगा तुसीं किसी भी दिन जिहड़ा हैगा उत्थे आके एक बार काउंसलर नाल जरूर मिलो उस तो बाद मैं उस देखदा रिसैप्शन ते तुसीं एक बार मेरे नाल गल करन नूं कहो तो मैं डेफिनेटली कोई ना कोई सोल्यूशन दूँ उस चीज़ का। ਢੀਂਡਸਾ ब्लॉग अगर तुसी मे इनटेक लई तुसी अपलाई किया तो डेफिनेटली तुहाडा हुण डैफर हो गया हुण जो इनटेक तुहाडा जो ऑफर डैफर होके आया वो ऑफर न्यू एप्लीकेशन फॉर्म तुसी भर के अपडेट कर सकते हो होपफुली तुहानूं कोई ना कोई डिसीजन मिल जाए। सो मैरिज मैकदीप सर मेरे 56 ओवरऑल +2 इन 2020 अगर मैरिज करके जाना हो तो कनाडा इज़ पॉसिबल बिकॉज कुछ लोग बोलते हैं कि आफ्टर मैरिज जाना है तो 50 मैरिज का कदे भी पीटी स्कोर ना कोई मैटर नहीं करता तुसी +2 की तुसी अंडर ग्रैजुएट डिप्लोमे प्रोग्राम लिए एलिजिबल हो डिप्लोमे प्रोग्राम की कॉलेज की की रिक्वायरमेंट आ वो मैटर करती है मैरिज के नाल कदे भी पीटी के स्कोर का कोई लेना देना नहीं जो भी तुहानूं दस रहा गलत दस रहा। सो मैरिज अगर तुसी करके जाना कदे भी मैरिज के नाल ना तो वीज़ा आवे ना रिफ्यूज़ होवे बट इन केस तुसी मैरिज कर रहे हो जिस परसन नाल कर रहे हो ट्राई करो तुहाडा कोई एज गैप ज़्यादा ना होवे जां किसी भी तरीके नाल वो चीज़ नूं ध्यान दे विच रखो बट मैरिज नाल कदे भी पीटी के स्कोर का कोई मैटर नहीं करता तुसी जो कॉलेज चूज करना जो कोर्स चूज करना +2 दे उसकी रिक्वायरमेंट चैक करो तुसी मैरिड हो सिंगल हो ना तो कॉलेज नूं कोई तक मतलब है ना हाई कमीशन नूं मतलब है। RRC तो एलो आ गया जी तो ही अप्लाई किया एलो आ गया तो अपना डेफिनेटली अमरिंदर अपना एप्लीकेशन तुसी अप्लाई करो ठीक है। रेड रिवर कॉलेज एडमिशन लेना ही एक बहुत बड़ी गल है बहुत रिप्यूटेड कॉलेज है स्टडी अगर तुसी उत्थे करोगे तो बहुत चंगा तुहानूं जिहड़ा आफ्टर स्टडी तुहानूं चंगी जॉब अपॉर्चुनिटी जां चंगी तुहाडे लई हो सकती है। सो मैकदीप कदे भी कोई मैरिज दे इस क्योंकि ये बहुत कई बारी एक चीज़ मैं होर भी जी असी नोट की कई बारी की हुंदा किसी दी मैरिज हुई हुंदी है बट बहुत सारे कंसलटेंट की हुंदे आ उन्होंने सिंगल शो कर देंगे आई डोंट नो क्यों करते हैं बट ये तुहाडा वीज़ा आजू बट तुहाडे स्पाउस का वीज़ा नहीं आऊ। सो अगर तुहाडा स्टेटस प्रेजेंट जो स्टेटस है तुहाडा स्टेटस मैरिड है तो मैरिड शो करो तुसीं सिंगल हो तो सिंगल शो करो कदे स्टूडेंट वीज़े का मैरिज ना कोई लेना देना नहीं
सिर्फ जो मैटर करता जो तुहाडा स्पाउस आ तुहाडा ते तुहाडे स्पाउस दा ਜਿਹੜਾ ਏਜ ਡਿਫਰੈਂਸ ਜ਼ਿਆਦਾ ਨਹੀਂ ਹੋਣਾ ਚਾਹੀਦਾ। ਇੱਦਾਂ ਨਾ ਹੋਵੇ ਵੀ ਤੁਹਾਡੀ 18 ਸਾਲ ਦੀ ਉਮਰ ਹੈ ਤੇ ਅੱਗੇ 28 ਸਾਲ ਦੇ ਤੁਸੀਂ ਜਿਹੜੀ ਕਿਸੇ ਨਾਲ ਮੈਰਿਜ ਕਰਵਾਓ, ਉਹ ਚੀਜ਼ ਨਾ ਕਰੋ। ਬਟ ਜੋ ਤੁਹਾਡਾ ਸਟੇਟਸ ਹੈ, ਪ੍ਰੈਜੈਂਟ ਸਟੇਟਸ ਹੈ, ਕਦੇ ਵੀ ਸ਼ਾਰਟ ਟਰਮ ਗੋਲ ਨਾ ਲੈ ਕੇ ਚੱਲੋ। ਤੁਸੀਂ ਤੁਹਾਡੀ ਮੈਰਿਜ ਹੋਈ ਵੀ ਹੈ, ਤੁਸੀਂ ਸਿੰਗਲ ਸ਼ੋ ਕਰਤਾ, ਤੁਹਾਨੂੰ ਵੀਜ਼ਾ ਮਿਲ ਜੂਗਾ, ਬਟ ਉਸ ਤੋਂ ਬਾਅਦ ਤੁਹਾਡੇ ਸਪਾਊਸ ਨੂੰ ਨਹੀਂ ਆਏਗਾ। ਸੋ ਇਹ ਚੀਜ਼ ਕਦੇ ਗਲਤੀ ਨਾ ਕਰੋ। ਐਂਡ ਮੈਰਿਜ ਦਾ ਕਦੇ ਵੀ ਸਕੋਰ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ ਵੀ ਤੁਹਾਨੂੰ ਸਕੋਰ ਵੱਧ ਚਾਹੀਦੇ ਆ ਘੱਟ ਚਾਹੀਦੇ ਆ, ਇਹ ਚੀਜ਼ ਨਹੀਂ ਹੁੰਦੀ। ਰਾਜਪੂਤ ਸਪਾਂਸਰ ਆਫ ਐਫੀਡੇਵਿਟ ਬ੍ਰਦਰ ਵੀ ਹੈ ਤੇ ਉਸਦੀ ITR। ਇੱਕ ਤਾਂ ਕੋਈ ਵੀ ਫੀਸ ਕਿਸੇ ਦੇ ਅਕਾਊਂਟ ਚੋਂ ਵੀ ਗਈ ਹੈ, ਕਾਲਜ ਨੂੰ ਜਾਂ ਹਾਈ ਕਮਿਸ਼ਨ ਨੂੰ ਕਿਸੇ ਦੇ ਅਕਾਊਂਟ ਵਿੱਚੋਂ ਰਾਜਪੂਤ ਫਾਈਲ ਗਈ ਹੈ ਤੇ ਉਹ ਚੀਜ਼ ਫੀਸ ਗਈ ਹੈ ਤਾਂ ਉਹ ਕੋਈ ਮੈਟਰ ਨਹੀਂ ਕਰਦਾ। ਬਟ ਜੋ ਸਪਾਂਸਰ ਤੁਸੀਂ ਕਿਸੇ ਤੋਂ ਵੀ ਲੈ ਸਕਦੇ ਹੋ, ਤੁਹਾਡੇ ਪੇਰੈਂਟਸ ਤੋਂ ਲੈ ਸਕਦੇ ਹੋ, ਗ੍ਰੈਂਡ ਪੇਰੈਂਟਸ ਤੋਂ ਲੈ ਸਕਦੇ ਹੋ, ਈਵਨ ਕਿ ਤੁਸੀਂ ਆਪਣੇ ਚਾਚਾ ਚਾਚੀ ਤੋਂ ਲੈ ਸਕਦੇ ਹੋ, ਸਿਬਲਿੰਗ ਤੋਂ ਲੈ ਸਕਦੇ ਹੋ। ਸੋ ਜੋ ਬੰਦੇ ਦੇ ਡਾਕੂਮੈਂਟ ਤੁਸੀਂ ਲੈ ਰਹੇ ਹੋ, ਜਿਸ ਤੋਂ ਸਪਾਂਸਰ ਤੁਸੀਂ ਲੈ ਰਹੇ ਹੋ, ਉਹਦੀ ਇਨਕਮ ਦੇ ਪ੍ਰੂਫ ਮੋਸਟਲੀ ITR ਲਾਉਂਦੇ ਆ ਸਟੱਡੀ ਵੀਜ਼ਾ ਦੇ ਵਿੱਚ। ਐਂਡ ਉਹਨਾਂ ਵੱਲੋਂ ਇੱਕ ਐਫੀਡੇਵਿਟ ਆਫ ਸਪੋਰਟ, ਉਹ ਡਿਕਲੇਰੇਸ਼ਨ ਉਹਨਾਂ ਦੀ ਨਾਲ ਲਾਓ ਤੇ ਉਹਨਾਂ ਦੇ ਇਨਕਮ ਦੇ ਪ੍ਰੂਫ ਲਾਓ। ਤੁਸੀਂ ਕਿਸੇ ਤੋਂ ਵੀ ਲੈ ਸਕਦੇ ਹੋ। ਸੋ ਇਹਦੇ ਨਾਲ ਕੋਈ ਮੈਟਰ ਨਹੀਂ ਕਰਦਾ। ਬਟ ਫੀਸ ਕਿਸ ਦੇ ਅਕਾਊਂਟ 'ਚੋਂ ਗਈ ਇਹ ਮੈਟਰ ਨਹੀਂ ਕਰਦਾ। ਕੁਲਵੀਰ ਚਹਿਲ, ਕੈਨ ਆਈ ਅਪਲਾਈ ਵਿਜ਼ਟਰ ਵੀਜ਼ਾ ਔਨ ਦਾ ਬਿਹਾਫ? ਡੈਫੀਨੇਟਲੀ ਤੁਸੀਂ ਅਪਲਾਈ ਕਰ ਸਕਦੇ ਹੋ। ਵਿਜ਼ਟਰ ਵੀਜ਼ਾ ਦੇ ਵਿੱਚ ਜਿਹੜੀ ਤੁਹਾਡੀ ਪ੍ਰੋਫਾਈਲ ਬਹੁਤ ਮੈਟਰ ਕਰਦੀ ਹੈ, ਤੁਹਾਡੀ ਇਨਕਮ ਕੀ ਹੈ, ਤੁਹਾਡੇ ਫੰਡ ਕੀ ਹੈ। ਸੋ ਇਨਵੀਟੇਸ਼ਨ ਤੁਹਾਨੂੰ ਕੋਈ ਵੀ ਦੇ ਸਿਸਟਰ ਦੇ ਰਹੀ ਹੈ, ਉਹਦਾ ਫਾਇਦਾ ਹੋਊਗਾ। ਬਟ ਉਸ ਤੋਂ ਬਾਅਦ ਤੁਹਾਡੀ ਆਪਣੀ ਇਨਕਮ ਫੰਡਸ ਉਹ ਮੈਟਰ ਕਰਦਾ ਵਿਜ਼ਟਰ ਵੀਜ਼ਾ ਸਕਸੈਸ ਰੇਟ ਲਈ। ਜਿਹਨਾਂ ਤੁਹਾਡਾ ਸੈਂਡ ਕਰੇ ਵਿੰਡਸਰ ਕੈਪਰ ਸਤੰਬਰ ਇਨਟੇਕ ਲਈ ਰਿਫਿਊਜ਼ਲ ਆਈ ਹੈ ਆਫਟਰ ਗ੍ਰੈਜੂਏਸ਼ਨ 56 ਰਿਫਿਊਜ਼ਲ ਆ ਰਹੀਆਂ ਨੇ। ਅੰਜਨਾ ਧੀਮਾਨ ਅਗਰ ਗੱਲ ਕਰੀਏ, ਬਟ ਜੋ ਰਿਫਿਊਜ਼ਲ ਦਾ ਜੋ ਰੀਜ਼ਨ ਆਇਆ, ਰੀਅਪਲਾਈ ਕਰੋ। ਰੀਅਪਲਾਈ ਕਰਨ ਵੇਲੇ ਅਗਰ ਤੁਹਾਡਾ ਕਾਲਜ ਤੁਹਾਡਾ ਕੋਰਸ ਸਹੀ ਹੈ ਤਾਂ ਕਦੇ ਉਹਨੂੰ ਚੇਂਜ ਨਾ ਕਰੋ। ਕਦੇ ਵੀ ਤੁਹਾਨੂੰ ਇੱਕ ਸਬਜੈਕਟ ਇੱਕ ਕੋਰਸ ਦੇ ਵਿੱਚੋਂ ਰਿਫਿਊਜ਼ਲ ਆ ਗਈ ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਤੁਸੀਂ ਉਸਨੂੰ ਚੇਂਜ ਕਰ ਦਿਓ। ਸੇਮ ਕੋਰਸ ਦੇ ਵਿੱਚ ਤੁਸੀਂ ਆਪਣਾ ਰੀਅਪਲਾਈ ਕਰੋ। ਜੋ ਰਿਫਿਊਜ਼ਲ ਦਾ ਰੀਜ਼ਨ ਆਇਆ, ਤੁਹਾਨੂੰ ਰਿਫਿਊਜ਼ਲ 216 ਦੇ ਵਿੱਚ ਮਿਲੀ ਆ ਵੀ ਤੁਸੀਂ ਆਪਣੀ ਕੰਟਰੀ, ਤੁਹਾਡੀ ਹੋਮ ਕੰਟਰੀ ਨਾਲ ਟਾਈਸ ਨਹੀਂ ਸਟਰੋਂਗ ਜਾਂ ਪੜ੍ਹ ਕੇ ਵਾਪਸ ਨਹੀਂ ਜਾਣਾ, ਉਸ ਦੀ ਅਪੀਲ ਲਾਓ। ਚੰਗੇ ਤਰੀਕੇ ਨਾਲ ਆਪਣੀ SOP ਲਾਓ। ਫਾਈਨੈਂਸ਼ੀਅਲ ਤੁਸੀਂ PT ਕੀਤੀ ਆ, ਫਾਈਨੈਂਸ਼ੀਅਲ ਸ਼ੋਅ ਕਰੋ, ਉਹ ਬਹੁਤ ਮੈਟਰ ਕਰਦੇ। PT ਵਾਲੇ ਇੱਕ ਫੰਡਸ ਬਹੁਤ ਨਹੀਂ ਸ਼ੋਅ ਕਰਦੇ, ਉਹ ਵੀ ਜ਼ਰੂਰੀ ਹੁੰਦੇ ਆ। ਇੱਕ ਨੋਨ STS ਐਪਲੀਕੇਸ਼ਨ ਆ ਤਾਂ ਰੀਅਪਲਾਈ ਕਰੋ, ਚਾਂਸਿਸ ਤੁਹਾਡੇ ਅੱਛੇ ਹੋਣਗੇ। ਬਟ ਜ਼ਰੂਰੀ ਜਿੰਨਾ ਟਾਈਮ ਜ਼ਰੂਰੀ ਨਹੀਂ ਹੁੰਦਾ ਕਦੇ ਵੀ ਕਾਲਜ ਤੁਹਾਡਾ ਕੋਰਸ ਨਾ ਚੇਂਜ ਕਰੋ। ਕਾਲਜ ਫਿਰ ਵੀ ਹੁੰਦਾ, ਚਲੋ ਕੋਈ ਮੈਟਰ ਨਹੀਂ, ਬਟ ਜਿਹੜੀ ਤੁਹਾਡੀ ਸਟਰੀਮ ਆ ਉਹ ਸੇਮ ਰਹਿਣੀ ਚਾਹੀਦੀ ਆ। ਕਮਲਜੀਤ ਸਰ, ਮੇਰੇ ਬ੍ਰਦਰ ਦੀ ਬੈਚਲਰ ਆਫ ਆਰਟਸ ਕੀਤੀ ਹੈ, 2017 ਪਾਸ ਆਊਟ, ਟੂ ਰਿਫਿਊਜ਼ਲ ਹੈ ਜੀ। 20 ਜੂਨ ਨੂੰ IELTS ਐਕਸਪਾਇਰ ਹੋ ਗਿਆ। 2 ਵਿੱਚੋਂ 6.5 ਹੈ, 2 ਵਿੱਚੋਂ 6 ਹੈ, ਉਹਦਾ ਕੀ ਹੱਲ ਹੋਏਗਾ? ਕਮਲਜੀਤ, ਉਹਨਾਂ ਨੂੰ ਫਸਟ ਆਫ ਆਲ ਤਾਂ ਜੇ ਰਿਫਿਊਜ਼ਲ ਉਹਨਾਂ ਦੇ 60 ਦਿਨ ਨਹੀਂ ਹੋਏ, ਉਹਨਾਂ ਨੂੰ ਰਿਫਿਊਜ਼ਲ ਉਹਨਾਂ ਦੀ ਗਲਤ ਆਈ ਹੈ, 60 ਦਿਨ ਦੇ ਵਿੱਚ ਉਹ ਜੁਡੀਸ਼ੀਅਲ ਰਿਵਿਊ 'ਚ ਅਪਲਾਈ ਕਰ ਸਕਦੇ ਆ। ਅਦਰਵਾਈਜ਼ ਜੇ ਉਹਨਾਂ ਨੇ ਰੀਅਪਲਾਈ ਕਰਨਾ ਤਾਂ ਉਹਨਾਂ ਨੂੰ IELTS ਦੁਬਾਰਾ ਕਰਵਾਓ, 6C 'ਚ ਲਓ ਤਾਂ ਦੁਬਾਰਾ ਆਪਣਾ ਕਰਕੇ ਆਪਣਾ ਜੇ ਤੁਸੀਂ ਜਾਣਾ ਤਾਂ ਦੁਬਾਰਾ ਅਪਲਾਈ ਕਰੋ। ਚੰਗਾ ਕਾਲਜ, ਚੰਗਾ ਕੋਰਸ ਲਓ, ਚਾਂਸਿਸ ਚੰਗੇ ਹੋਣਗੇ। ਮਨਜੋਤ, PT ਦਾ ਤੁਹਾਡਾ 59 ਨਾਟ ਲੈਸ ਦੈਨ 57 ਹੈ, BCom ਕੀਤੀ ਹੈ, ਡੈਫੀਨੇਟਲੀ ਐਲੀਜੀਬਲ ਹੋ ਤੁਸੀਂ। ਤੁਹਾਡਾ PT ਦਾ ਸਕੋਰ ਵੀ ਅੱਛਾ ਹੈ, BCom ਵੀ ਤੁਹਾਡੀ ਤੁਸੀਂ ਕੀਤੀ। ਅਗਰ BCom ਦੀ ਪਰਸੈਂਟੇਜ ਅੱਛੀ ਹੈ, ਕੋਈ ਵੀ ਬਿਜ਼ਨਸ ਦਾ ਕੋਈ ਕੋਰਸ ਤੁਸੀਂ ਲੈ ਕੇ ਤੁਸੀਂ ਜਾ ਸਕਦੇ ਹੋ। ਕਮਰਸ ਦੇ ਰਿਲੇਟਡ ਤੁਸੀਂ ਕੋਰਸ ਕੋਈ ਵੀ ਲੈ ਸਕਦੇ ਹੋ। ਸਰ, ਅਲਗੋਮਾ ਯੂਨੀਵਰਸਿਟੀ ਫੀਸ ਪੇ ਕੀਤੀ। ਕਈ ਵਾਰੀ ਕਾਲਜ ਕੋਈ ਯੂਨੀਵਰਸਿਟੀ ਦਾ ਜਾਂ ਕਾਲਜ ਦਾ ਕੋਈ ਇੰਟਰਨਲ ਹੁੰਦਾ, ਕਈ ਵਾਰੀ ਕੋਈ ਕੋਰਸ ਨਵਾਂ ਐਡ ਕਰਦੇ ਆ ਜਾਂ ਕੋਈ ਡੈਫਰ ਅਪਡੇਟ ਕਰਦੇ ਆ, ਤਾਂ ਕਰਕੇ LOA ਜਿਹੜਾ ਕਈ ਵਾਰੀ ਲੇਟ ਹੋ ਜਾਂਦਾ। ਬਟ ਇਨ ਕੇਸ ਨਹੀਂ ਆ ਰਿਹਾ ਤਾਂ ਤੁਸੀਂ ਆਪਣੀ ਪਰਸਨਲ ਈਮੇਲ ਦੇ ਵਿੱਚੋਂ ਆਪਣੀ ਜਿਹੜੀ ਤੁਸੀਂ ਫੀਸ ਪੇ ਕੀਤੀ ਹੈ ਉਹਦੀ ਜਿਹੜੀ ਵਾਇਰ ਟ੍ਰਾਂਸਫਰ ਦੀ ਕਾਪੀ ਹੈ ਆਪਣੀ ਪਰਸਨਲ ਈਮੇਲ ਦੇ ਵਿੱਚੋਂ ਆਪਣੇ ਕਾਲਜ ਨੂੰ ਈਮੇਲ ਕਰ ਦਿਓ ਤਾਂ ਤੁਹਾਨੂੰ ਇਨ ਜ਼ਿਆਦਾ LOA ਆ ਜਾਏਗਾ। ਅਗਰ ਨਹੀਂ ਆਏਗਾ ਤਾਂ ਲੇਟ ਕਿਉਂ ਹੋ ਰਿਹਾ, ਤੁਹਾਨੂੰ ਰੀਜ਼ਨ ਯੂਨੀਵਰਸਿਟੀ ਵੱਲੋਂ ਜ਼ਰੂਰ ਪਤਾ ਲੱਗ ਜਾਏਗਾ। ਪ੍ਰਭਜੋਤ ਕੌਰ, ਮੇਰਾ PT 67 ਹੈ, BA ਕੀਤੀ ਹੈ,
ਪ੍ਰਭਜੋਤ ਅਗਰ ਤੁਹਾਡੀ ਐਪਲੀਕੇਸ਼ਨ 10th onwards ਐਪਲੀਕੇਸ਼ਨ ਅੱਛੀ ਹੈ, 10th 12th 'ਚ ਕੋਈ ਗੈਪ ਨਹੀਂ, ਪਰਸੈਂਟੇਜ ਅੱਛੀ ਹੈ, BA ਦੇ ਵਿੱਚ ਕੋਈ ਗੈਪ ਨਹੀਂ ਹੈ, ਪਰਸੈਂਟੇਜ ਅੱਛੀ ਹੈ, ਸਕੋਰ ਤੁਹਾਡਾ PT ਦਾ ਬਹੁਤ ਅੱਛਾ, ਤੁਸੀਂ ਅਪਲਾਈ ਕਰ ਸਕਦੇ ਹੋ। ਰੋਬਿਨ ਤੁਹਾਡਾ PT ਦਾ ਸਕੋਰ ਬਹੁਤ ਅੱਛਾ, ਬਟ +2 ਤੁਸੀਂ 2018 ਦੇ ਵਿੱਚ ਕੀਤੀ ਹੈ, ਪਰਸੈਂਟੇਜ ਅੱਛੀ ਹੈ, ਬਟ 18 ਤੋਂ ਬਾਅਦ ਕੀ ਕੀਤਾ ਉਹ ਬਹੁਤ ਮੈਟਰ ਕਰਦਾ। ਸੋ ਉਹ ਕਲੀਅਰ ਕਰੇ ਬਿਨਾਂ ਤੁਸੀਂ ਨਹੀਂ ਅਪਲਾਈ ਕਰ ਸਕਦੇ, ਤੁਹਾਨੂੰ ਕਲੀਅਰ ਕਰਨਾ ਪਊ। ਸ਼ੀਨੂਕ ਇਜ਼ ਵਿਕਟਮ ਲਾਅ ਲਿਸਟ ਤਾਂ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕਿਆ ਜੀ। ਲਾਅ ਲਿਸਟ ਟਾਈਮ ਲੈਂਦਾ, ਹੁਣ ਕਈਆਂ ਨੂੰ ਬੱਚਿਆਂ ਨੂੰ ਤਾਂ ਬਹੁਤ ਜਲਦੀ ਉਹਨਾਂ ਦਾ ਆਫਰ ਆ ਜਾਂਦਾ, ਬਟ ਬਲਪ੍ਰੀਤ ਗੱਲ ਕਰੀ ਕੋਲ 'ਤੇ ਥੋੜ੍ਹੇ ਟਾਈਮ ਬਾਅਦ ਕੋਲ ਕਰਨਾ। ਸੋ ਬੈਲੇ ਦਾ ਆਫਰ ਜਲਦੀ ਆਉਂਦਾ, ਬਟ ਜੋ ਟੋਰਾਂਟੋ ਕੈਂਪਸ ਆ ਉਸ ਦਾ ਆਫਰ 'ਤੇ ਟਾਈਮ ਲੱਗਦਾ। ਅਪਰੋਕਸੀਮੇਟ ਅਪ ਟੂ ਮੰਥ, ਤੁਸੀਂ 1 ਮੰਥ ਵੇਟ ਕਰੋ, ਉਸ ਦੇ ਵਿੱਚ ਆ ਜਾਏਗਾ ਆਫਰ। ਆਫਰ ਤਾਂ ਕਾਲਜ ਨੇ ਦੇਣਾ, ਤੁਹਾਡੀ ਐਪਲੀਕੇਸ਼ਨ ਗਈ ਵੀ ਹੈ, ਤੁਹਾਡੇ ਕੋਲ ਕਨਫਰਮੇਸ਼ਨ ਆਈ ਹੈ ਤਾਂ ਤੁਹਾਡੇ ਕੋਲ ਆ ਜਾਏਗਾ। ਸ਼ਿਨਿਕ ਵਿਕਟਮ ਨਾਮ ਬਹੁਤ ਇੰਟਰਸਟਿੰਗ ਆ ਤੁਹਾਡਾ। ਡੈਫੀਨੇਟਲੀ ਤੁਸੀਂ ਟਰਾਈ ਕਰ ਸਕਦੇ ਹੋ ਅਮਰਿੰਦਰ, ਇਹ ਚੀਜ਼ ਦੀ ਪੋਸੀਬਿਲਿਟੀ ਹੁੰਦੀ ਹੈ। ਇੱਕ ਵਾਰੀ ਆਪਾਂ ਸੀਟ ਲੈਣੀ ਹੁੰਦੀ ਹੈ ਕਾਲਜ ਦੇ ਵਿੱਚ, ਜਦੋਂ ਤੁਸੀਂ ਵੀਜ਼ਾ ਅਪਲਾਈ ਕਰਕੇ ਵੀਜ਼ਾ ਅਪਰੂਵਲ ਲੈ ਲਈ ਹੈ ਤਾਂ ਬਾਅਦ ਦੇ ਵਿੱਚ ਤੁਸੀਂ ਕਾਲਜ ਨੂੰ ਈਮੇਲ ਕਰਕੇ ਚੇਂਜ ਹੋ ਜਾਂਦਾ, ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ। ਇਹ ਤੁਸੀਂ ਇਸ ਦੇ ਰਿਗਾਰਡਿੰਗ ਤੁਸੀਂ ਕਾਲਜ ਆਫਿਸ ਆ ਕੇ ਗੱਲ ਕਰੋ, ਤੁਹਾਨੂੰ ਉੱਥੇ ਹੀ ਪ੍ਰੋਪਰ ਆਨਸਰ ਮਿਲੇਗਾ ਚੀਜ਼ ਦਾ। ਕਈ ਚੀਜ਼ਾਂ ਹੁੰਦੀਆਂ ਮੈਂ ਤੁਹਾਨੂੰ ਆਨਲਾਈਨ ਨਹੀਂ ਇੱਥੇ ਮੈਂ ਤੁਹਾਨੂੰ ਡਿਕਲੇਅਰ ਕਰ ਸਕਦਾ ਜਾਂ ਨਹੀਂ ਦੱਸ ਸਕਦਾ। ਰਾਕੇਸ਼ ਸ਼ਰਮਾ ਤੁਹਾਡੀ ਐਜੂਕੇਸ਼ਨ ਕੀ ਆ? ਐਜੂਕੇਸ਼ਨ ਦੇ ਹਿਸਾਬ ਨਾਲ ਦੱਸ ਸਕਦੇ ਹਾਂ ਤੁਹਾਡਾ ਸਫੀਸ਼ੀਐਂਟ ਹੈ ਕਿ ਨਹੀਂ। 62 ਅਲਗੋਮਾ ਯੂਨੀਵਰਸਿਟੀ PG। ਅਗਰ ਤੁਹਾਡੀ ਅਕੈਡਮਿਕ ਪਰਫਾਰਮੈਂਸ ਨੀਰਵ ਅੱਛੀ ਹੈ, 10th onwards ਕੋਈ ਗੈਪ ਨਹੀਂ ਹੈ, ਐਜੂਕੇਸ਼ਨ ਅੱਛੀ ਹੈ, ਅਗਰ ਗੈਪ ਹੈ ਤਾਂ ਜਸਟੀਫਾਈ ਕਰ ਦਿਓ, ਚਾਂਸਿਸ ਅੱਛੇ ਰਹਿਣਗੇ। ਯੂਨੀਵਰਸਿਟੀ ਅੱਛੀ ਹੈ, PT ਦਾ ਸਕੋਰ ਅੱਛਾ, ਉਸ ਤੋਂ ਬਾਅਦ ਤੁਹਾਡੀ ਐਜੂਕੇਸ਼ਨ ਕੀ ਹੈ, ਸਟੱਡੀ ਕਦੋਂ ਕੀਤੀ ਹੈ, ਉਹ ਮੈਟਰ ਕਰਦੇ। ਸੋ ਇੱਕ ਤਾਂ ਜਿਹੜਾ ਕਾਲਜ ਦਾ ਆਫਰ ਲੈਟਰ ਦਾ ਪ੍ਰੋਸੈਸਿੰਗ ਟਾਈਮ ਹੈ ਜਿਹੜਾ, ਇਸ ਨੂੰ ਲੈ ਕੇ ਬਹੁਤ ਕੁਐਸਚਨਸ ਆਉਂਦੇ ਨੇ। ਸੋ ਹਰ ਇੱਕ ਕਾਲਜ ਦਾ ਡਿਫਰੈਂਟ ਹੈ, ਕੋਈ ਕਾਲਜ 2 ਦਿਨ ਦੇ ਵਿੱਚ ਆਫਰ ਦੇ ਦਿੰਦਾ, ਕੋਈ ਕਾਲਜ 60 ਦਿਨ ਦੇ ਵਿੱਚ ਦਿੰਦਾ। ਹੁਣ ਲਾਅ ਲਿਸਟ ਪਹਿਲੇ ਗੱਲ ਕਰੀਏ 1 ਤੋਂ 2 ਦਿਨ 'ਚ ਆਫਰ ਆ ਜਾਂਦਾ। ਸੇਮ ਅਗਰ ਆਪਾਂ ਹੰਬਰ ਕਾਲਜ ਦੀ ਗੱਲ ਕਰੀਏ, ਹੰਬਰ ਕਾਲਜ 60 ਤੋਂ 70 ਦਿਨ ਦਿੰਦਾ। ਸੋ ਅਗਰ ਤੁਹਾਡਾ ਅਪਲਾਈ ਹੋ ਗਿਆ, ਤੁਸੀਂ ਐਲੀਜੀਬਲ ਹੋ, ਤਾਂ ਦੈਨ ਵੇਟ ਕਰੋ, ਅੱਜ ਨਾ ਕੱਲ੍ਹ ਆਫਰ ਤਾਂ ਆ ਹੀ ਜਾਣਾ। ਦੂਸਰਾ ਜੋ ਹਾਈ ਕਮਿਸ਼ਨ ਦੇ ਵਿੱਚ ਫਾਈਲ ਲੱਗੀ ਵੀ ਹੈ, ਅਗਰ ਤੁਹਾਡਾ ਕੇਸ ਇਨ ਪ੍ਰੋਸੈਸ ਆ ਤਾਂ ਕੋਈ ਘਬਰਾਉਣ ਦੀ ਲੋੜ ਨਹੀਂ ਹੈ। ਘਬਰਾਉਣਾ ਉਦੋਂ ਚਾਹੀਦਾ ਜਦੋਂ ਕੋਈ ਨੈਗੇਟਿਵ ਡਿਸੀਜਨ ਆ ਜੇ। ਇਨ ਪ੍ਰੋਸੈਸ ਆ ਕੇਸ, ਚਾਹੇ ਟਾਈਮ ਹੋ ਗਿਆ ਤਾਂ ਕੋਈ ਇਸ਼ੂ ਨਹੀਂ, ਅੱਜ ਨਾ ਕੱਲ੍ਹ ਤੁਹਾਨੂੰ ਵੀਜ਼ਾ ਮਿਲ ਹੀ ਜਾਣਾ। ਸੋ ਇਹ ਚੀਜ਼ ਨੂੰ ਲੈ ਕੇ ਪਲੀਜ਼ ਵੇਟ ਕਰਿਆ ਕਰੋ, ਕਿਉਂਕਿ ਕਦੇ ਵੀ ਕਿਸੇ ਵੀ ਨਾ ਤਾਂ ਕਿਸੇ ਕੰਸਲਟੈਂਟ ਨੇ ਆਫਰ ਆਪਦੇ ਕੋਲੋਂ ਦੇਣਾ, ਨਾ ਕਿਸੇ ਕੰਸਲਟੈਂਟ ਨੇ ਵੀਜ਼ਾ ਆਪਦੇ ਕੋਲੋਂ ਦੇਣਾ। ਕੋਈ ਵੀ ਬੰਦਾ, ਚਾਹੇ ਉਹ ਸਾਡੀ ਕੰਪਨੀ ਜਾਂ ਕੋਈ ਹੋਰ ਹੈ, ਉਹਨਾਂ ਦਾ ਇੱਕ ਵਾਰ ਅਪਲਾਈ ਕਰਨਾ ਹੁੰਦਾ, ਉਹ ਸੇਮ ਡੇ ਅਪਲਾਈ ਕਰ ਸਕਦਾ, ਅਵੇਲੇਬਲ ਆ। ਉਸ ਤੋਂ ਬਾਅਦ ਕਾਲਜ ਨੇ ਆਪਣਾ ਟਾਈਮ ਲੈ ਕੇ ਆਫਰ ਦੇਣਾ, ਹਾਈ ਕਮਿਸ਼ਨ ਨੇ ਆਪਣਾ ਟਾਈਮ ਲੈ ਕੇ ਵੀਜ਼ਾ ਦੇਣਾ। ਬਜਿੰਦਰ ਨੈਣ, ਤੁਸੀਂ ਆਫਿਸ ਆ ਕੇ ਇੱਕ ਵਾਰੀ ਕਾਉਂਸਲਰ ਨਾਲ ਮਿਲ ਲਓ ਜੀ, ਉਹ ਤੁਹਾਡੀ ਅਪਾਇੰਟਮੈਂਟ ਫਿਕਸ ਕਰ ਦੇਣਗੇ। ਬਲਪ੍ਰੀਤ ਸਿੰਘ, ਤੁਹਾਨੂੰ ITR ਫਿਲ ਕਰ ਰਹੇ ਹੋ, ITR ਤੇ ਕਿੰਨੀ ਇਨਕਮ ਫਿਲ ਕਰ ਰਹੇ ਹੋ ਉਹ ਮੈਟਰ ਕਰਦੀ ਹੈ। ਤੁਹਾਡਾ ਫਾਈਨੈਂਸ਼ੀਅਲ ਸਟੇਟਸ ਕੀ ਹੈ ਵਿਜ਼ਟਰ ਵੀਜ਼ਾ ਲਈ, ਅਗੇਨ ਮੈਂ ਦੱਸ ਰਿਹਾ, ਤੁਹਾਡਾ ਉਹ ਮੈਟਰ ਕਰਦਾ। ਉਸ ਤੋਂ ਬਾਅਦ ਤੁਹਾਨੂੰ ਬੁਲਾ ਕਿਉਂ ਰਿਹਾ ਉਹ ਮੈਟਰ ਕਰਦਾ, ਤੁਹਾਡਾ ਜਾਣ ਦਾ ਕੀ ਰੀਜ਼ਨ ਆ ਉਹ ਮੈਟਰ ਕਰਦਾ, ਤੁਹਾਡੀ ਟਰੈਵਲ ਹਿਸਟਰੀ ਕੀ ਆ ਉਹ ਮੈਟਰ ਕਰਦੀ ਹੈ। ਸੋ ਇਹ ਸਾਰੇ ਪੁਆਇੰਟ ਦੇਖੇ ਜਾਣਗੇ, ਫਿਰ ਉਸ ਦੇ ਬਿਹਾਵ 'ਤੇ ਜਿਹੜਾ ਹੈਗਾ ਵਿਜ਼ਟਰ ਵੀਜ਼ੇ ਦਾ ਸਕਸੈਸ ਰੇਟ ਡਿਸਾਈਡ ਹੁੰਦਾ। ਸੋ ਬਾਕੀ ਸਕਸੈਸ ਰੇਟ ਵੀਜ਼ਾ ਅਫਸਰ ਦੇ ਹੱਥ ਦੇ ਵਿੱਚ ਹੁੰਦਾ। ਮੇਨਲੀ ਜਿਹੜੀ ਮੈਂ ਤੁਹਾਨੂੰ ਦੱਸਿਆ ਵੀ ਵਿਜ਼ਟਰ ਵੀਜ਼ੇ ਲਈ ਇਹ 4 ਤੋਂ 5 ਚੀਜ਼ਾਂ ਮੈਟਰ ਕਰਦਾ। ਪਹਿਲਾ ਕੌਣ ਬੁਲਾ ਰਿਹਾ, ਦੂਜਾ ਇਨਕਮ ਕਿੰਨੀ ਹੈ, ਫੰਡਸ ਕਿੰਨੇ ਨੇ, ਟਰੈਵਲ ਹਿਸਟਰੀ ਕੀ ਹੈ, ਜਾਣ ਦਾ ਕੀ ਕਾਰਨ ਹੈ। ਇਹ 4 ਤੋਂ 5 ਚੀਜ਼ਾਂ ਤੁਹਾਡੀਆਂ ਕਲੀਅਰ ਹਨ ਤਾਂ ਡੈਫੀਨੇਟਲੀ ਤੁਹਾਡੇ ਜਿਹੜੇ ਵੀਜ਼ਾ ਚਾਂਸਿਸ ਆ ਜਿਹੜੇ ਉਹ ਅੱਛੇ ਹੁੰਦੇ ਆ ਵਿਜ਼ਟਰ ਵੀਜ਼ਾ ਦੇ ਲਈ। ਬਟ ਯੰਗ ਉਮਰ ਦੇ ਵਿੱਚ ਅਗਰ ਅਨਮੈਰਿਡ ਹੋ ਤਾਂ ਨਾ ਹੀ ਅਪਲਾਈ ਕਰੋ ਤਾਂ ਜ਼ਿਆਦਾ ਬੈਟਰ ਹੈ। ਹੋਰ ਕੋਈ ਮੌਕਾ ਦੇਖੋ, ਹੋਰ ਸਟੱਡੀ ਵੀਜ਼ਾ ਕਰ ਲਓ, ਕੋਈ ਹੋਰ ਕਿਸੇ ਕੈਟਾਗਰੀ 'ਚ ਅਪਲਾਈ ਕਰ ਲਓ ਤਾਂ ਜ਼ਿਆਦਾ ਬੈਟਰ ਹੈ। ਅਨਮੈਰਿਡ ਬੰਦੇ ਦੇ ਆਪਦੀ ਹੋਮ ਕੰਟਰੀ ਨਾਲ ਟਾਈਸ ਵੀਕ ਹੁੰਦੇ ਆ, ਤਾਂ ਕਰਕੇ ਵਿਜ਼ਟਰ ਵੀਜ਼ੇ ਦੇ ਜਿਹੜੇ ਚਾਂਸਿਸ ਹੈਗੇ ਉਹ ਘੱਟ ਹੁੰਦੇ ਆ। ਉਹਨਾਂ ਨੂੰ ਚਾਹੀਦਾ ਵੀ ਬੰਦਾ ਆਪਣੀ ਕੰਟਰੀ ਵਾਪਸ ਕਿਉਂ ਆਊਗਾ। ਸੋ ਵਾਪਸ ਤੁਹਾਡੀ
ਜਿਹੜੀ ਹੋਮ ਕੰਟਰੀ ਨਾਲ ਤੁਹਾਡੇ ਟਾਈਸ ਆ ਉਹ ਤੁਹਾਨੂੰ ਵਾਪਸ ਬੁਲਾਉਣਗੇ। ਸੋ ਲੱਗਦਾ ਵੀ ਸਿੰਗਲ ਬੰਦੇ ਦੇ ਹੁੰਦੇ ਵੀ ਨਹੀਂ, ਬਟ ਸਿੰਗਲ ਬੰਦੇ ਦੇ ਜਿਹੜੇ ਆਪਦੀ ਹੋਮ ਕੰਟਰੀ ਨਾਲ ਟਾਈਸ ਉਹ ਵੀਕ ਹੁੰਦੇ ਆ। ਪੀਟੀ ਦਾ ਸਕੋਰ ਬਹੁਤ ਅੱਛਾ ਅੰਕੁਸ਼, ਤੁਹਾਡਾ +2 ਦੀ ਪਰਸੈਂਟੇਜ ਬਹੁਤ ਅੱਛੀ ਹੈ, ਬਟ 2018 ਤੋਂ ਬਾਅਦ ਜਿਹੜਾ ਗੈਪ ਆ ਉਹ ਕੀ ਕੀਤਾ ਉਹ ਮੈਟਰ ਕਰਦਾ। ਸੋ ਪੀਟੀ ਦਾ ਸਕੋਰ ਅੱਛਾ, ਮੈਂ ਕਹਿ ਸਕਦਾ +2 ਦੀ ਪਰਸੈਂਟੇਜ ਅੱਛੀ ਹੈ, ਬਟ ਉਸ ਤੋਂ ਬਾਅਦ ਤੁਹਾਡਾ ਕੀ ਹੈ ਉਹ ਚੀਜ਼ ਬਹੁਤ ਮੈਟਰ ਕਰਦੀ ਹੈ। ਸਰ ਮੇਰੀ ਬੀਟੈਕ 2019 ਦੇ ਵਿੱਚ 12 ਬੈਕਲੌਗ ਆਏ ਹਨ, ਪੀਟੀ ਕੈਨੇਡਾ ਅਪਲਾਈ ਕਰ ਸਕਦੇ ਹੋ ਗੁਰਕੀਰਤ ਸਿੰਘ ਢੀਂਡਸਾ, ਬਟ ਪਹਿਲਾਂ ਤੁਸੀਂ ਆਪਣਾ ਦੇਖੋ ਵੀ 12 ਬੈਕਲੌਗ ਤੇ ਕਿਹੜਾ ਕਾਲਜ ਆਫਰ ਦੇਗਾ, ਇਹਦੇ ਬਾਰੇ ਤੁਹਾਨੂੰ ਚੈੱਕ ਕਰਨਾ ਪਏਗਾ। ਮੇਰੇ ਵੀ ਇੱਦਾਂ ਧਿਆਨ 'ਚ ਨਹੀਂ ਹੈਗੇ, ਚੈੱਕ ਕਰਕੇ ਕਾਲਜ ਦੀ ਸਾਈਟ 'ਤੇ ਜਾ ਕੇ ਫਿਰ ਹੀ ਆਪਾਂ ਦੇਖ ਸਕਦੇ ਹਾਂ। ਪੀਟੀ ਦਾ ਸਕੋਰ ਵੀ ਅੱਛਾ, ਪੋਸਟ ਗ੍ਰੈਜੂਏਟ ਡਿਪਲੋਮਾ 'ਚ ਤੁਸੀਂ ਐਡਮਿਸ਼ਨ ਵੀ ਲੈ ਸਕਦੇ ਹੋ, ਬਟ ਪ੍ਰੋਬਲਮ ਜਿਹੜੀਆਂ ਹੈਗੀਆਂ ਤੁਹਾਡੀਆਂ 12 ਬੈਕਲੌਗ ਤੇ ਕਿਹੜਾ ਕਾਲਜ ਆਫਰ ਦੇਗਾ ਇਹ ਬਹੁਤ ਦੇਖਣਾ ਪਏਗਾ, ਕਿਉਂਕਿ ਜ਼ਿਆਦਾਤਰ ਕਾਲਜ ਜਿਹੜੇ ਹੈਗੇ ਆ ਉਹ 7-8 ਬੈਕਲੌਗ ਹੀ ਐਕਸੈਪਟ ਕਰਦੇ ਆ। ਸੋ ਉਹਦੇ ਬਾਰੇ ਜ਼ਰੂਰ ਆਪਣੀ ਜਿਹੜੀ ਹੈਗੀ ਆ ਤੁਸੀਂ ਵੀ ਸਰਚ ਆਊਟ ਕਰ ਸਕਦੇ ਹੋ ਇਸ ਚੀਜ਼ ਬਾਰੇ। ਰਕੇਸ਼ ਸ਼ਰਮਾ +2 2021 58% ਸਫੀਸ਼ੀਐਂਟ। ਇੰਡੀਵਿਜੂਅਲ ਤੁਹਾਡੇ ਕੋਲ ਕਿਹੜੇ ਰਕੇਸ਼ ਕਿਸ ਸਟਰੀਮ ਦੇ ਵਿੱਚੋਂ ਕੀਤੀ ਹੈ, ਇੰਡੀਵਿਜੂਅਲ ਸਬਜੈਕਟ ਦੀ ਕੀ ਪਰਫਾਰਮੈਂਸ ਹੈ ਉਹ ਮੈਟਰ ਕਰਦੀ ਹੈ। ਓਵਰਆਲ ਪਰਸੈਂਟੇਜ 58 ਨੇ, ਬਟ ਮੇਜਰ ਸਬਜੈਕਟਾਂ ਦੇ ਵਿੱਚੋਂ ਤੁਹਾਡੀ ਕੀ ਪਰਸੈਂਟੇਜ ਹੈ ਉਹ ਮੈਟਰ ਕਰਦੀ। ਹੈਜਲ ਸੰਧੂ 2011 BCA, 2014 ਵੈਬ ਡਿਵੈਲਪਮੈਂਟ ਐਕਸਪੀਰੀਅੰਸ, 2000 MSc IT ਟਿਲ ਡੇਟ ਤੱਕ ਵੈਬ ਡਿਵੈਲਪਮੈਂਟ ਐਕਸਪੀਰੀਅੰਸ 6 ਜੋਬਰਾ 6 ਹੈ। ਇਨਫੋਰਮੇਸ਼ਨ ਸਿਕਿਉਰਿਟੀ ਤੁਹਾਡਾ ਕਾਲਜ ਬਹੁਤ ਅੱਛਾ ਹੈ ਹੈਜਲ, ਕੋਰਸ ਬਹੁਤ ਅੱਛਾ, ਵੀਜ਼ਾ ਅਪਲਾਈ ਕਰ ਸਕਦੇ ਹੋ, ਬਟ ਅਪਲਾਈ ਕਰਨ ਵੇਲੇ ਪ੍ਰੈਜੈਂਟੇਸ਼ਨ ਅੱਛੀ ਰੱਖਿਓ। ਸਿੰਨੀ ਬੌਂਡ ਜਸਪਿੰਦਰ ਸੇਖੋ, ਸਿੰਨੀ ਬੌਂਡ ਕਮਿਊਨਿਟੀ ਕਾਲਜ ਦੇ 2 ਕੈਂਪਸ ਹਨ, ਬ੍ਰੈਂਡਨ ਕੈਂਪਸ ਹੈ ਉਸਦਾ ਆਪਣਾ ਟਾਈਮ ਲੱਗਦਾ, ਐਂਡ ਜਿਹੜਾ ਉਸਦਾ ਵਿਨੀਪੈਗ ਕੈਂਪਸ ਹੈ ਰੋਬਰਟਸਨ ਕੈਂਪਸ ਉਸਦਾ ਟਾਈਮ 15 ਤੋਂ 20 ਦਿਨ ਦਾ। ਸਿੰਨੀ ਬੌਂਡ ਜਿਹੜਾ ਜਿਹੜਾ ਬ੍ਰੈਂਡਨ ਕੈਂਪਸ ਆ ਅਪ ਟੂ 1 ਮੰਥ, ਬਾਕੀ ਡਿਪੈਂਡ ਕਰਦਾ ਕਦੋਂ ਅਪਲਾਈ ਕਰ ਰਹੇ ਹੋ ਉਹ ਚੀਜ਼ ਮੈਟਰ ਕਰਦੀ ਹੈ। ਇਸ ਦੇ ਬਾਰੇ ਗੁਰਕੀਰਤ ਚੈੱਕ ਕਰਨਾ ਪਏਗਾ। ਮੈਂ ਤੁਹਾਨੂੰ ਉਹੀ ਦੱਸਦਾ ਵੀ ਮੋਸਟਲੀ ਕਾਲਜ ਜਿਹੜੇ ਹੈਗੇ ਆ 5 ਤੋਂ 10 ਜਿਹੜੇ ਹੈਗੇ ਆ ਉਹ ਅਕਸੈਪਟ ਕਰਦੇ, ਮੈਨੂੰ ਮੈਸੇਜ ਕਰ ਦਿਓ, ਮੈਂ ਚੈੱਕ ਕਰਕੇ ਤੁਹਾਨੂੰ ਕਾਲਜ ਦਾ ਨੇਮ ਦੱਸ ਸਕਦਾ ਵੀ ਕਿਹੜੇ ਕਾਲਜ 12 ਬੈਕਲੌਗ ਅਕਸੈਪਟ ਕਰਦੇ ਨੇ। ਬਲਪ੍ਰੀਤ ਸਿੰਘ ਵਿਜ਼ਟਰ ਵੀਜ਼ਾ ਤੋਂ ਇਲਾਵਾ ਕੋਈ ਹੋਰ, ਵਿਜ਼ਟਰ ਵੀਜ਼ਾ ਤੋਂ ਇਲਾਵਾ ਬਥੇਰੇ ਨੇ ਜੀ। ਤੁਸੀਂ ਸਟੂਡੈਂਟ ਵੀਜ਼ਾ ਅਪਲਾਈ ਕਰ ਸਕਦੇ ਹੋ, ਤੁਸੀਂ ਸਪਾਊਸ ਓਪਨ ਵਰਕ ਪਰਮਿਟ ਅਪਲਾਈ ਕਰ ਸਕਦੇ ਹੋ, ਤੁਸੀਂ PR ਦੇ ਲਈ ਅਪਲਾਈ ਕਰ ਸਕਦੇ ਹੋ। X% ਜੁਲਾਈ ਦੇ ਵਿੱਚ ਡਰਾਅ ਨਿਕਲਣੀ ਆ, ਡਿਪੈਂਡ ਕਰਦਾ ਤੁਹਾਡੀ ਐਲੀਜੀਬਿਲਿਟੀ ਕਿਸ 'ਚ ਬਣਦੀ ਆ। ਪ੍ਰੋਗਰਾਮ ਬਹੁਤ ਨੇ ਆਲ ਓਵਰ ਕੈਨੇਡਾ, ਤੁਸੀਂ ਸਾਈਟ 'ਤੇ ਚੈੱਕ ਕਰੋ, ਪ੍ਰੋਗਰਾਮ ਹੀ ਪ੍ਰੋਗਰਾਮ ਨੇ, ਬਟ ਐਲੀਜੀਬਿਲਿਟੀ ਕਿਸ ਪ੍ਰੋਗਰਾਮ 'ਚ ਬਣਦੀ ਆ ਉਹ ਚੀਜ਼ ਮੈਟਰ ਕਰਦਾ। ਤੁਸੀਂ ਆਪਣਾ ਨੰਬਰ ਗੁਰਕੀਰਤ ਡ੍ਰੌਪ ਕਰ ਦਿਓ, ਡੈਫੀਨੇਟਲੀ ਮੈਂ ਸਟਾਫ ਨੂੰ ਕਹਿਣਾ ਤੁਹਾਨੂੰ ਕਾਲ ਬੈਕ ਕਰਨਗੇ। ਮੈਂ ਆਫਿਸ ਦਾ ਨੰਬਰ ਤੁਹਾਨੂੰ ਮੈਂ ਮੈਸੇਜ ਕਰ ਦਿੰਦਾ। ਅੱਜ ਤਾਂ ਸੰਡੇ ਹੈ, ਸੋ ਮੰਡੇ ਤੁਸੀਂ ਇਸ ਨੰਬਰ ਦੇ ਉੱਤੇ ਮੈਸੇਜ ਕਰ ਦਿਓ, ਤੁਹਾਨੂੰ ਸਟਾਫ ਮੈਸੇਜ ਕਰ ਦੇਗਾ। ਜੈਸ ਦੀ ਮੇਰੀਆਂ 3 ਰਿਫਿਊਜ਼ਲ ਨੇ ਕੈਨੇਡਾ ਬੇਟੇ ਦੀ ਫਾਈਲ ਸਟੱਡੀ ਵੀਜ਼ਾ ਤੇ, ਹਸਬੈਂਡ ਆਰਮੀ ਨੇ। ਤੁਹਾਡੇ ਬੇਟੇ ਦੀ ਮੇਰੀ 3 ਰਿਫਿਊਜ਼ਲ ਹੈ ਕੈਨੇਡਾ ਦੀ। ਐਪਲੀਕੇਸ਼ਨ ਕੀ ਹੈ ਜੀ ਉਹਨਾਂ ਦੀ, ਕੀ 10th ਕਦੋਂ ਹੈ, 12th ਕਦੋਂ, ਆਇਲਸ ਦਾ ਸਕੋਰ ਕੀ ਹੈ, ਲੈਂਗੁਏਜ ਦਾ ਸਕੋਰ ਕੀ ਹੈ, ਉਸ ਤੋਂ ਬਾਅਦ ਹੀ ਦੱਸ ਸਕਦੇ ਹਾਂ ਵੀ ਚਾਂਸਸ ਹਨ ਜਾਂ ਨਹੀਂ ਹਨ।
ਰਣਜੀਤ ਸਿੰਘ ਅਗੇਨ ਉਹੀ 2018 ਤੋਂ ਬਾਅਦ +2 'ਚ ਕੀ ਕੀਤਾ, +2 ਦੀ ਜਿਹੜੀ ਪਰਸੈਂਟੇਜ ਆ, ਮੈਥਸ 54 ਆ, ਫਿਜ਼ਿਕਸ 56 ਹੈ, ਕੈਮਿਸਟਰੀ 58 ਆ। ਕੈਮਿਸਟਰੀ ਦਾ ਸਕੋਰ ਤੁਹਾਡਾ ਅੱਛਾ ਹੈਗਾ। ਕੈਮਿਸਟਰੀ ਦੇ ਰਿਲੇਟਡ ਕੋਈ ਵੀ ਕੋਰਸ ਲੈ ਸਕਦੇ ਹੋ, ਕੋਈ ਕੈਮੀਕਲ ਲੈਬੋਰਟਰੀ ਟੈਕਨੀਸ਼ੀਅਨ, ਇਨਵਾਇਰਨਮੈਂਟਲ ਟੈਕਨੀਸ਼ੀਅਨ, ਇੱਦਾਂ ਦੇ ਕੋਰਸ ਹਨ ਜੋ ਜਿਨ੍ਹਾਂ ਦੇ ਵਿੱਚ ਨਾਨ ਮੈਡੀਕਲ ਮੈਥ ਐਂਡ ਕੈਮਿਸਟਰੀ ਚਾਹੀਦੀ ਹੈ। ਕੈਮਿਸਟਰੀ ਦੇ ਬਿਹਾਫ 'ਤੇ ਤੁਸੀਂ ਆਪਣਾ ਕੋਰਸ ਚੂਜ਼ ਕਰ ਸਕਦੇ ਹੋ, ਬਟ ਅਗੇਨ ਤੁਹਾਨੂੰ 2018 ਤੋਂ ਬਾਅਦ ਦੀ ਜਸਟੀਫਿਕੇਸ਼ਨ ਦੇਣੀ ਪਏਗੀ, ਉਹ ਬਹੁਤ ਮੈਟਰ ਕਰਦੀ ਹੈ। ਐਚ ਕੌਰ ਪੋਸਟ ਗ੍ਰੈਜੂਏਟ ਡਿਪਲੋਮਾ ਇਨ ਕੈਨੇਡੀਅਨ ਨਰਸਿੰਗ ਸਟੈਨਬਰਗ ਕਾਲਜ, ਬਟ ਨੋ ਪੋਸਟ ਗ੍ਰੈਜੂਏਟ ਵਰਕ ਪਰਮਿਟ, पोस्ट ग्रेजुएट डिप्लोमा इन कैनेडियन नर्सिंग इन स्टैनबर्ग कॉलेज। बट उसकी तुसी DLI कॉलेज ते HCOR DLI कॉलेज ते जाके लिस्ट ते जाके चैक करो भी वो कॉलेज दे विच वर्क परमिट है या नहीं है। सो अगर नहीं है तो उस कॉलेज दे विच स्टडी करने का कोई बेनीफिट नहीं। अगर तो तुहाडा पर्पज़ है भी उत्थे सैटल होना फिर कोई नहीं, अगर है भी तुसी अपनी नर्सिंग करके वापस होना फिर उत्थे स्टडी कर सकते। नीरव ਤੁਹਾਡਾ ਜਿਹੜਾ PT ਦਾ ਸਕੋਰ ਵੀ ਅੱਛਾ ਹੈ, ਯੂਨੀਵਰਸਿਟੀ ਵੀ ਅੱਛੀ ਹੈ, ਬਟ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਿਆ ਵੀ ਤੁਹਾਡੀ ਜਿਹੜੀ ਐਜੂਕੇਸ਼ਨ ਮੈਟਰ ਕਰਦੀ ਹੈ, ਐਜੂਕੇਸ਼ਨ ਦੇ ਬਿਹਾਫ 'ਤੇ ਤੁਹਾਡਾ ਵੀਜ਼ਾ ਮਿਲਣਾ। ਢੀਂਡਸਾ ਬਲਾਕ +2 2020 ਪਾਸ, ਆਰਟਸ ਸਟਰੀਮ 81% ਨੇ ਢੀਂਡਸਾ, ਬਿਲਕੁਲ ਤੁਸੀਂ ਕਰ ਸਕਦੇ ਹੋ। ਆਰਟਸ ਵਾਲੇ ਬੱਚਿਆਂ ਦੇ ਲਈ ਤੁਸੀਂ ਕੋਈ ਆਫਿਸ ਮੈਨੇਜਮੈਂਟ, ਹੌਸਪਿਟੈਲਿਟੀ ਮੈਨੇਜਮੈਂਟ, ਕ੍ਰਿਮੀਨਲ ਜਸਟਿਸ ਐਂਡ ਲਾਅ, ਪੈਰਾਲੀਗਲ, ਇੱਦਾਂ ਦੇ ਕੋਰਸ ਜਿਨ੍ਹਾਂ ਦੇ ਵਿੱਚ ਐਕਸਪੀਰੀਅੰਸ ਜਿਹੜਾ ਹੈਗਾ, ਸੌਰੀ ਜਿਹੜਾ ਇੰਗਲਿਸ਼ ਲੈਂਗੁਏਜ ਦਾ ਜਿਹੜਾ ਹੈਗਾ ਉਹ ਮੈਟਰ ਕਰਦੀ ਆ, ਉਹ ਇੰਗਲਿਸ਼ ਲੈਂਗੁਏਜ ਦੇ ਬਿਹਾਫ 'ਤੇ ਤੁਸੀਂ ਲੈ ਸਕਦੇ। अंकुश अगर जैनुअनली गैप होवे तां ही बैटर है, क्योंकि जे अगर तुसी कोई जॉब भी की है, सैलरी अकाउंट दे विच होवे तां ही जिहड़े हैगे +2 वाले बच्चे दे वीज़ा चांसेस ज़्यादा हुंदे है। तुसी ऑफिस विजिट कर सकते हो जी, किसी भी जी इमीग्रेशन की, किसी भी JSG किसी भी ब्रांच दे विच तुसी मोगा जा सकते हो, कोटकपुरा जा सकते हो, बठिंडा जा सकते हो, संगरूर भी जा सकते हो। जिस दिन जाना अपने डॉकूमेंट प्लीज़ सारे नाल लैके जाना। तुहाडी भी जिहड़ी रिफ्यूज़ल आई है किस रीजन करके आई है, की रीजन सी जान दा, किहड़े डॉकूमेंट नाल लाए सी, एंड तुहाडे बेटे दी भी 10th ऑनवर्ड्स की एजुकेशन हिस्टरी है, की IELTS का स्कोर है, सारे डॉकूमेंट नाल लैके जाओ। किसी भी ब्रांच तुसी जा सकते हो, तैनूं जिहड़े तुहानूं जिहड़ी गाइडेंस जिहड़ी हैगी सही ही मिलेगी। ਮਨਿੰਦਰਪਾਲ ਸਿੰਘ 10th है, उस तो बाद गवर्नमेंट कंप्यूटर साइंस का डिप्लोमा, अगर पॉलीटैक्निक डिप्लोमा किया 69% ना PT का स्कोर भी है, डेफिनेटली हो जाएगा। चंगा कॉलेज चंगा कोर्स अप्लाई करो। कंप्यूटर साइंस का डिप्लोमा किया, अगे कंप्यूटर प्रोग्रामर, कंप्यूटर सिस्टम टैक्नीशियन इदां दे कोर्स हैं, क्योंकि 10th बाद डिप्लोमा किया तुहानूं अंडर ग्रैजुएट डिप्लोमा ही मिलेगा, ਤੁਸੀਂ PG डिप्लोमे 'ਚ नहीं जा सकते। तो अंडर ਜਿਹੜੇ UG डिप्लोमा ने वो बहुत ने कंप्यूटर ਨੂੰ ਲੈ ਕੇ, ਕਿਸੇ भी कोर्स ਦੇ ਵਿੱਚ अप्लाई करो हो जाऊगा। ਸਾਈਪਰਸ ਕਾਲਜ ਕਿਵੇਂ ਦਾ ਅਲਬਰਟਾ ਦੇ ਵਿੱਚ? ਸਾਈਪਰਸ ਕਾਲਜ ਆਈ ਥਿੰਕ ਪ੍ਰਾਈਵੇਟ ਕਾਲਜ ਹੈ, ਚੈੱਕ ਕਰਨਾ ਪਏਗਾ ਜੀ। ਸਾਈਪਰਸ ਕਾਲਜ ਬਾਰੇ ਮੈਂ ਚੈੱਕ ਕਰਕੇ ਦੱਸ ਸਕਦਾ ਤੁਹਾਨੂੰ। गुरकीरत स्कोर ਤੁਹਾਡਾ अच्छा है, 59 स्कोर बहुत सही है, नॉट लैस दैन 53 है, सही है स्कोर ਤੁਹਾਡਾ। ट्राई करो, अगर ਤੁਹਾਡਾ पोस्ट ग्रेजुएट डिप्लोमा ਤੁਹਾਨੂੰ मिल ही जाएगा ਤੁਹਾਡੀ एजुकेशन के बिहाफ ਤੇ। कोई PT अगर ਤੁਹਾਨੂੰ है भी ਤੁਹਾਡਾ स्कोर अच्छा आ सकता, होर इस तो बैटर दे सकते, तो डेफिनेटली रिपीट करना चाहिए। अगर ਤੁਹਾਨੂੰ है भी ਤੁਸੀਂ नहीं हो सकते तो इस पर भी ਤੁਹਾਡੀ एडमिशन हो जाएगी। अगर ਤੁਹਾਡੀ PT की तो PT ਤੇ हमेशा नॉन STS फाइल लगूगी, कदे भी ਜਿਹੜੀ ਹੈਗੀ ਆ STS ਐਪਲੀਕੇਸ਼ਨ ਨਹੀਂ ਲੱਗਦੀ। PT ਵਾਲੀ ਨੌਨ STS ਐਪਲੀਕੇਸ਼ਨ ਹੈ, ਬਟ ਪ੍ਰੈਜੈਂਟਲੀ ਮੈਂ ਤੁਹਾਨੂੰ ਦੱਸ ਰਿਹਾ ਨੌਨ STS ਜਿਹੜੇ ਹੈਗੇ ਨੇ ਵੀਜ਼ਾ ਜ਼ਿਆਦਾ ਆ ਰਹੇ ਨੇ STS ਦੇ ਕੰਪੈਰੀਟਿਵ। ਸੋ ਕਾਲਜ ਕੋਰਸ ਚੰਗਾ ਲਓ, ਚਾਂਸਿਸ ਜਿਹੜੇ ਹੈਗੇ ਚੰਗੇ ਰਹਿਣਗੇ। ਅਗਰ ਤਾਂ ਤੁਸੀਂ IELTS ਕਰ ਸਕਦੇ ਹੋ ਮਨਿੰਦਰਪਾਲ ਸਿੰਘ, ਤਾਂ
ਆਇਲਸ ਕਰੋਗੇ ਤਾਂ ਐਸਡੀਐਸ ਫਾਈਲ ਲੱਗੇਗੀ, ਪੀਟੀ ਤੇ ਅਪਲਾਈ ਕਰਨਾ ਤਾਂ ਨॉन ਐਸਡੀਐਸ, ਉਹ ਤਾਂ ਕਲੀਅਰ ਹੈ। ਅਗਰ ਤੁਸੀਂ ਆਇਲਸ ਕਰ ਸਕਦੇ ਹੋ ਤਾਂ ਡੈਫੀਨਿਟਲੀ ਆਇਲਸ ਕਰੋ। ਅਗਰ ਤੁਹਾਨੂੰ ਹੈ ਵੀ ਤੁਸੀਂ ਲੈਂਗੁਏਜ ਦੇ ਵਿੱਚੋਂ ਸਕੋਰ ਲੈ ਸਕਦੇ ਹੋ, ਤੁਹਾਨੂੰ ਆਇਲਸ ਹੀ ਕਰਨਾ ਚਾਹੀਦਾ ਸੀ। ਅਗਰ ਨਹੀਂ ਹੈ ਤਾਂ ਪੀਟੀ ਤੇ ਵੀ ਤੁਸੀਂ ਅਪਲਾਈ ਕਰ ਸਕਦੇ ਹੋ, ਨਾ ਅਪਲਾਈ ਕਰਨ ਦਾ ਕੋਈ ਰੀਜ਼ਨ ਨਹੀਂ ਹੈ। ਤੁਸੀਂ ਇੱਕ ਵਾਰੀ ਤੁਹਾਨੂੰ ਦਿੱਤੇ ਗਏ ਨੰਬਰ ਤੇ ਮੈਸੇਜ ਕਰ ਦਿਓ, ਮੈਂ ਤੁਹਾਨੂੰ ਚੈੱਕ ਕਰਕੇ ਮਾਰਨਿੰਗ ਚੈੱਕ ਕਰਕੇ ਦੱਸ ਦੇਵਾਂਗਾ ਜੀ। ਆਫਿਸ ਦੇ ਵਿੱਚ ਆ ਜਾਣਗੇ ਮੇਰੇ ਕੋਲ, ਤੁਹਾਡਾ ਮੈਸੇਜ ਆ ਜਾਏਗਾ ਜਦੋਂ ਮੇਰੇ ਕੋਲ ਸਟਾਫ ਦੇ ਦੇਗਾ ਤਾਂ ਤੁਹਾਨੂੰ ਉਹ ਮੈਸੇਜ ਕਰ ਦੇਣਗੇ ਸੇਮ ਨੰਬਰ ਦੇ ਉੱਪਰ। ਸੋ ਅੱਜ ਦੇ ਲਈ ਇੰਨੇ ਜੀ। ਕੱਲ ਨੂੰ ਦੁਬਾਰਾ ਤੁਹਾਡੇ ਨਾਲ ਹੋਵਾਂਗੇ। ਜੋ ਕੁਐਸਚਨਸ ਕੁਛ ਰਹਿ ਗਏ ਨੇ ਉਹਦੇ ਬਾਰੇ ਕੱਲ ਨੂੰ ਗੱਲ ਕਰਾਂਗੇ। ਮੈਂ ਕਹੂੰਗਾ ਸਟਾਫ ਨੂੰ ਸ਼ਾਰਟ ਲਿਸਟ ਕਰਕੇ ਰੱਖਣ, ਉਹ ਕੱਲ ਵਾਲੇ ਲਾਈਵ ਦੇ ਵਿੱਚ ਉਸ ਦੇ ਬਾਰੇ ਜ਼ਰੂਰ ਆਨਸਰ ਦੇਵਾਂਗੇ। ਥੈਂਕ ਯੂ। ਸੋ ਇੰਜੋਏ ਸੰਡੇ, ਇੰਜੋਏ ਯੂਅਰ ਸੰਡੇ। ਸੌਰੀ।